हाँ जी, सत श्री अकाल दोस्तों। एक बार फिर तो स्वागत है तुहाडे अपने चैनल हुनर क्लासेस पटियाला दे विच। जिमें कि तुहानूं पता ही है कि मास्टर कैडर इंग्लिश दीयां वैकेंसीज़ आउट होईयां ने ते आपां इहदे नाल रिलेटेड जिहड़े सिलेबस हैगा वो तां कंप्लीट कर चुके हैं, पर नाल दी नाल आपां जिहड़ा हैगा MCQs भी करांगे। तां अज एलिजाबेथन एज दा वेरी फस्ट राइटर इज़ एडमंड स्पेंसर। ਤਾਂ ਐਡਮੰਡ ਸਪੈਂਸਰ ਦੇ ਜਿਹੜਾ ਹੈਗਾ ਆਪਾਂ ਕੁਐਸਚਨ ਆਨਸਰ ਜਾਂ ਵੀ ਕੈਨ ਸੇ ਦੈਟ ਆਪਾਂ MCQs ਉਹਦੇ ਜਿਹੜੇ ਹੈਗੇ ਆ ਵੈਰੀ ਇੰਪੋਰਟੈਂਟ MCQs ਨੇ ਜਿਹੜੇ ਹੈ ਨਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਉਹ ਕਰਾਂਗੇ। ਤਾਂ ਦੇਖੋ ਦੋਸਤੋ, ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਦੋਸਤੋ, ਇਹ ਹੈ ਜੀ ਆਪਣਾ ਹੁਨਰ ਕਲਾਸਿਸ ਪਟਿਆਲਾ ਦਾ ਜਿਹੜਾ ਪਹਿਲਾਂ ਵਾਲਾ ਬੈਚ ਸੀਗਾ, ਉਹਦੇ ਵਿੱਚੋਂ ਸਿਲੈਕਟਡ ਕੈਂਡੀਡੇਟਸ ਨੇ। ਹੁਨਰ ਕਲਾਸਿਸ ਪਟਿਆਲਾ ਅਪੋਜਿਟ ਪੰਜਾਬੀ ਯੂਨੀਵਰਸਿਟੀ ਪਟਿਆਲਾ। YouTube ਦੀ ਆਪਾਂ ਗੱਲ ਕਰੀਏ, ਹੁਨਰ ਕਲਾਸਿਸ ਪਟਿਆਲਾ ਦੇ ਨਾਮ ਤੇ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਡੈਮੋ ਲੈਕਚਰ ਦੇਖਣ ਲਈ। ਉਸ ਤੋਂ ਬਾਅਦ ਇਹ ਕੋਰਸ ਜਿਹੜਾ ਹੈਗਾ ਟੋਟਲੀ ਪੇਡ ਆ ਜੀ। ਹੁਨਰ ਕਲਾਸਿਸ ਪਟਿਆਲਾ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ, ਉਹਦੇ ਵਿੱਚ ਵੀ ਤੁਸੀਂ ਡੈਮੋ ਜਿਹੜੇ ਹੈਗੇ ਲੈਕਚਰ ਦੇਖ ਸਕਦੇ ਹੋ, ਜੁੜ ਸਕਦੇ ਹੋ ਸਾਡੇ ਨਾਲ। ਅਤੇ ਹੁਨਰ ਕਲਾਸਿਸ ਪਟਿਆਲਾ ਦਾ ਜਿਹੜਾ ਲੋਗੋ ਹੈਗਾ ਉਹ ਹੈ ਜੀ ਇੱਕ ਬੁੱਕ ਦਿੱਤੀ ਹੋਈ ਹੈ ਹੁਨਰ ਕਲਾਸਿਸ ਪਟਿਆਲਾ ਲਿਖ ਕੇ, ਨੀਚੇ ਲਿਖਿਆ ਹੋਇਆ ਹੈ ਡਿਸਕਵਰਿੰਗ ਸਕਿੱਲਸ। ਤਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਦੇਖੋ, ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ ਦੋਸਤੋ। ਦ ਸ਼ੈਫਰਡਸ ਕੈਲੰਡਰ ਵਾਜ਼ ਰਿਟਨ ਬਾਏ। ਦੇਖੋ, ਸਿੰਗਲ ਰਾਈਟਰ ਆਪਾਂ ਕਰ ਰਹੇ ਹਾਂ ਕਵਰ ਅੱਜ, ਤਾਂ ਇਹ ਤਾਂ ਸਿੰਪਲ ਜੀਆਂ ਗੱਲਾਂ ਹੋਣਗੀਆਂ ਕਿ ਜਦੋਂ ਆਪਾਂ ਕੁਐਸਚਨ ਪੁੱਛਦੇ ਹਾਂ ਕਿ ਕਿਹਨੇ ਲਿਖਿਆ ਤਾਂ ਉਹ ਐਡਮੰਡ ਸਪੈਂਸਰ ਨੇ ਹੀ ਲਿਖੇ ਹੋਣੇ ਆ ਸਾਰੇ। ਪਰ ਜਦੋਂ ਆਪਾਂ ਕੱਲ੍ਹ ਨੂੰ ਸਾਰਾ ਸਿਲੇਬਸ ਕੰਪਲੀਟ ਕਰਕੇ ਆਪਾਂ ਐਜ਼ ਅ ਹੋਲ ਸ਼ਫਲਿੰਗ ਕਰਕੇ ਕੁਐਸਚਨਸ ਦੀ ਸਾਰੇ ਜਿਹੜੇ 4-5 ਹਜ਼ਾਰ ਕੁਐਸਚਨ ਬਣਨਗੇ, ਤਾਂ ਉਦੋਂ ਆਪਾਂ ਜਿਹੜਾ ਮਤਲਬ ਆਨਸਰ ਦਿਆਂਗੇ ਤਾਂ ਉਦੋਂ ਆਪਾਂ ਨੂੰ ਡਿਫੀਕਲਟੀ ਉਦੋਂ ਐਕਚੁਅਲ 'ਚ ਪਤਾ ਲੱਗਣਾ ਜਦੋਂ ਟੈਸਟਿੰਗ ਸ਼ੁਰੂ ਹੋਏਗੀ ਤੁਹਾਡੀ। ਹਾਲੇ ਆਪਾਂ ਇਕੱਲੇ ਰਾਈਟਰ ਦੇ ਜਿਹੜੇ ਹੈਗਾ ਕੁਐਸਚਨ ਆਨਸਰ ਕਰਾਂਗੇ। ਇਟ ਵਿਲ ਬੀ ਵੈਰੀ ਸਿੰਪਲ ਫॉर ਯੂ ਬਿਕੋਜ਼ ਆਪਾਂ ਇੱਕ ਰਾਈਟਰ ਨੂੰ ਲੈ ਕੇ ਚੱਲਾਂਗੇ, ਅਤੇ ਜਦੋਂ ਇਕੱਠੇ ਆਪਾਂ ਕੱਲ੍ਹ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਰਿਵੀਜ਼ਨ ਕਰਾਂਗੇ ਤਾਂ ਉਦੋਂ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ 'ਚ ਹੈ ਨਾ। ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ go with the first question. The Sheffield's calendar was written by, obviously 4 options ने जी अपने कोले, एडमंड स्पेंसर ही आएगा राइट आंसर। उस तो बाद सेकेंड क्वेश्चन, स्पेंसर्स स्टायरिकल पोएम। स्टायर केड़ा इहदे विचों देखो, एपीथलेमियन, प्रोथलेमियन, फेयरी क्वीन, मदर हवर्ड्स टेल। देखो, फेयरी क्वीन ਆਪਾਂ ਨਾਲ ਇਹ ਵੀ ਡਿਸਕਸ ਕਰਾਂਗੇ ਤਾਂ ਕਿ ਆਪਾਂ ਨੂੰ ਥੋੜ੍ਹੀ ਜਿਹੀ ਐਡੀਸ਼ਨਲ ਜਿਹੜੀ ਇਨਫੋਰਮੇਸ਼ਨ ਹੈਗੀ ਆ ਵਰਕਸ ਦੇ ਬਾਰੇ ਉਹ ਵੀ ਪਤਾ ਚੱਲਦੀ ਰਹੇ। ਜਿਹੜਾ ਹੈ ਫੇਅਰੀ ਕੁਈਨ, ਇਹ ਤਾਂ ਦੇਖੋ ਇੱਕ ਕੁਈਨ ਐਲਿਜ਼ਾਬੈਥ ਨੂੰ ਡੈਡੀਕੇਟਡ ਸੀਗੀ, ਡੈਡੀਕੇਟਡ ਇਨ ਦਾ ਸੈਂਸ ਕਿ ਉਹਦੀ ਤਾਰੀਫ ਦੇ ਵਿੱਚ ਲਿਖੀ ਹੋਈ ਸੀ। ਐਪੀਥਲੇਮੀਅਨ ਅਤੇ ਪ੍ਰੋਥਲੇਮੀਅਨ ਜਿਹੜਾ ਮੈਰਿਜ ਸੌਂਗ ਸੀਗੇ, ਇੱਕ ਲਵ ਸੌਂਗ ਸੀਗੇ। ਤਾਂ ਦੇਖੋ ਮਦਰ ਹਵਰਡਸ ਟੇਲ ਇਹ ਜਿਹੜਾ ਹੈਗਾ ਰਾਈਟ ਆਨਸਰ ਆ ਜੀ। ਸਪੈਂਸਰ ਹਿਸਟੋਰੀਕਲ ਪੋਇਮ ਕਿਹੜੀ ਆ, ਸਟਾਇਰ ਕਿਹੜਾ ਇਹਦੇ ਵਿੱਚੋਂ, ਮਦਰ ਹਵਰਡਸ ਟੇਲ। ਤਾਂ ਆਪਾਂ ਟਿਕ ਕਰਦੇ ਹਾਂ ਰਾਈਟ ਆਨਸਰ। ਦੇਖੋ, ਇਹ ਜਿਹੜਾ ਨਾਲ ਨਾ ਸ਼ੋਅ ਹੋ ਰਿਹਾ, ਇਹ ਕੁਛ ਇੱਕ ਕੈਂਡੀਡੇਟਸ ਨੂੰ ਪਹਿਲਾਂ ਸ਼ੇਅਰ ਕੀਤੇ ਹੋਏ ਆ ਕੁਐਸਚਨ ਜਾਂ, ਤਾਂ ਉਸ ਕਰਕੇ ਜਿਨ੍ਹਾਂ ਨੇ ਰੋਂਗ ਆਨਸਰ ਦਿੱਤਾ ਦੇਖੋ ਆ ਬਲੂ 75%। ਇਹਨੂੰ ਤੁਸੀਂ ਕਾਊਂਟ ਕਰਕੇ ਨਾ ਚੱਲਿਓ, ਜਿੱਥੇ ਟਿਕ ਲੱਗੇਗੀ ਅਤੇ ਗਰੀਨ ਕਲਰ ਦਾ ਜਿਹੜਾ ਹੈਗਾ ਰਾਈਟ ਦਾ ਜਿਹੜਾ ਟਿਕ ਦਾ ਨਿਸ਼ਾਨ ਆ ਜਾਏਗਾ ਉਹਨੂੰ ਤੁਸੀਂ ਆਨਸਰ ਮੰਨ ਕੇ ਚੱਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜੀ, ਸਪੈਂਸਰਜ਼ ਸੈਲੀਬ੍ਰੇਸ਼ਨ ਆਫ ਹਿਜ਼ ਓਨ ਮੈਰਿਜ ਇਜ਼ ਦਾ ਸਬਜੈਕਟ ਆਫ। ਜਿਹੜਾ ਉਹਦਾ ਮੈਰਿਜ ਆ ਆਪਣੀ ਸਪੈਂਸਰ ਦੀ, ਉਹਦੀ ਸੈਲੀਬ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਹੜੀ ਹੇਠ ਲਿਖਿਆ ਜੋ ਕਿਹਦਾ ਜਾਣੀ ਕਿ ਸਬਜੈਕਟ ਹੈਗਾ ਹੈ ਨਾ। 4 ਆਪਸ਼ਨ ਨੇ, ਫੋਰ ਹੈਮਨਸ, ਐਪੀਥਲੇਮੀਅਨ, ਪ੍ਰੋਥਲੇਮੀਅਨ ਅਤੇ ਫੇਰੀ ਕੁਈਨ। ਫੇਰੀ ਕੁਈਨ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਐਲੈਗਰੀ ਆ ਜੀ ਇੱਕ ਤਰ੍ਹਾਂ ਦੀ ਹੈ ਨਾ। ਫੋਰ ਹੈਮਨਸ ਇਹ ਨਹੀਂ ਹੈਗੇ। ਐਪੀਥਲੇਮੀਅਨ ਅਤੇ ਪ੍ਰੋਥਲੇਮੀਅਨ 'ਚੋਂ ਇੱਕ ਹੋਣਾ ਚਾਹੀਦਾ। ਪ੍ਰੋਥਲੇਮੀਅਨ ਕੀ ਹੈ ਜੀ, ਵਿਆਹ ਤੋਂ ਪਹਿਲਾਂ ਵਾਲੇ, ਮਤਲਬ ਲਵ ਜਿਹੜਾ ਉਹਦਾ ਸਬਜੈਕਟ ਸੀਗਾ। ਪ੍ਰੋ ਮਤਲਬ ਪਹਿਲਾਂ ਪਿਆਰ ਹੁੰਦਾ ਅਤੇ ਫਿਰ ਹੀ ਮੈਰਿਜ ਹੁੰਦੀ, ਆਪਾਂ ਇੱਦਾਂ ਯਾਦ ਰੱਖ ਸਕਦੇ ਹਾਂ।
ਪਹਿਲਾਂ ਪਿਆਰ ਹੋਇਆ ਤਾਂ ਲਵ ਜਿਹੜਾ ਲਵ ਹੈ, ਲਵ ਪੋਇਮ ਜਾਂ ਲਵ ਸੋਨੇਟਸ ਜਾਂ ਲਵ ਲਿਰਿਕਸ ਕਹਿ ਸਕਦੇ ਹਾਂ, ਉਹਦੇ ਆਪਦੇ ਪਿਆਰ ਦੇ ਕਿੱਸੇ ਆ ਉਹਦੇ ਵਿੱਚ, ਇਹ ਵੀ ਨਹੀਂ ਹੋ ਸਕਦਾ। ਤਾਂ ਐਪੀਥਲੇਮੀਅਨ ਹੋਏਗਾ ਇਹ, ਮੈਰਿਜ ਵਾਲਾ ਜਿਹੜਾ ਕੌਨਸੈਪਟ ਆ। ਸੋ ਰਾਈਟ ਆਨਸਰ। ਨੈਕਸਟ ਕੁਐਸਚਨ, ਦ ਫੇਰੀ ਕੁਈਨ ਇਜ਼, ਫੇਰੀ ਕੁਈਨ ਕੀ ਹੈ ਜੀ, ਪਹਿਲਾਂ ਡਿਸਕਸ ਕਰ ਚੁੱਕੇ ਹਾਂ ਆਪਾਂ, ਐਲੈਗਰੀ ਹੈ ਨਾ। ਤਾਂ ਇਹਦੇ ਵਿੱਚ ਆਪਸ਼ਨ ਹੈ ਐਲੈਗਰੀਕਲ ਪੋਇਮ, ਆ ਪੋਇਟਿਕ ਡਰਾਮਾ, ਆ ਫੇਅਰੀ ਟੇਲ, ਆ ਡਰੀਮ ਐਲੈਗਰੀ। ਡਰੀਮ ਐਲੈਗਰੀ ਤਾਂ ਹੈ ਨਹੀਂ, ਫੇਅਰੀ ਟੇਲ ਕੋਈ ਨਹੀਂ ਇੱਦਾਂ ਦੀ ਗੱਲ, ਪੋਇਟਿਕ ਡਰਾਮਾ ਨਹੀਂ ਹੈਗੀ, ਤਾਂ ਐਲੈਗਰੀਕਲ ਪੋਇਮ ਆ ਜੀ ਇਹ। ਸੋ ਇਟ ਇਜ਼ ਦ ਰਾਈਟ ਆਨਸਰ। ਨੈਕਸਟ ਕੁਐਸਚਨ, ਹੂ ਇਜ਼ ਦ ਓਵਰਆਲ ਹੀਰੋ ਆਫ ਦ ਫੇਅਰੀ ਕੁਈਨ। ਦੇਖੋ ਰੈੱਡ ਕ੍ਰਾਸ ਨਾਈਟ ਜਿਹੜਾ ਹੈਗਾ ਇਹ ਤਾਂ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਫੇਅਰੀ ਕੁਈਨ ਦੇ ਵਿੱਚ ਨਾਈਟਸ ਦਿਖਾਏ ਹੋਏ ਆ, ਠੀਕ ਹੈ। ਉਹ ਤਾਂ ਉਹਦੇ ਵਿੱਚ ਕਰੈਕਟਰਸ ਨੇ ਜਿਹੜੇ ਰੀਪ੍ਰਜੈਂਟ ਕਰਦੇ ਆ, ਕੋਈ ਮੈਗਨੀਫੀਸੈਂਸ ਨੂੰ ਕਰਦਾ, ਕੋਈ ਟੈਂਪਰੈਂਸ ਨੂੰ ਕਰਦਾ, ਹੈ ਨਾ। ਤਾਂ ਇਸ ਤਰ੍ਹਾਂ ਦੇ ਉਹ ਕਰੈਕਟਰ ਨੇ, ਇਹ ਤਾਂ ਹੈ ਨਹੀਂ। ਸਰ ਗਿਓਨ ਵੀ ਇਹਦੇ ਵਿੱਚ ਇਹੀ ਆ, ਆਰਟੀਕਲ ਵੀ ਉਹੀ ਹੈ। ਤਾਂ ਦੇਖੋ ਹੀਰੋ ਕੌਣ ਆ ਓਵਰਆਲ ਹੀਰੋ, ਪ੍ਰਿੰਸ ਆਰਥਰ। ਪ੍ਰਿੰਸ ਆਰਥਰ ਇਜ਼ ਦ ਰਾਈਟ ਆਨਸਰ। ਉਸ ਤੋਂ ਬਾਅਦ ਦ ਸਪੈਂਜੇਰੀਅਨ ਸਟੈਂਜਾ ਕੰਸਿਸਟਸ ਆਫ 6 ਲਾਈਨਸ, 7 ਲਾਈਨਸ, 8 ਲਾਈਨਸ, 9 ਲਾਈਨਸ। ਦੇਖੋ ਸੋਨੇਟਸ ਕਿੰਨੇ ਕਿੰਨੇ ਲਿਖੇ, ਵਿਲੀਅਮ ਸ਼ੇਕਸਪੀਅਰ ਲਿਖਦੇ ਆ ਜੀ ਸੋਨੇਟ। ਤਾਂ ਉਸ ਤੋਂ ਬਾਅਦ ਸਪੈਂਸਰ ਵੀ ਜਿਹੜੇ ਹੈਗੇ ਸੋਨੇਟ ਲਿਖੇ ਇਹਨਾਂ ਨੇ। ਤਾਂ ਇਹਨਾਂ ਦਾ ਜਿਹੜਾ ਇੱਕ ਸਪੈਂਜੇਰੀਅਨ ਸਟੈਂਜਾ ਹੈ ਨਾ, ਤਾਂ ਮਤਲਬ ਉਹ ਕਿੰਨੀਆਂ ਲਾਈਨਸ ਦਾ ਹੈ ਨਾ ਸੀਗਾ, ਜਿੱਦਾਂ ਸ਼ੇਕਸਪੀਅਰ ਦਾ ਜਿਹੜਾ ਹੁੰਦਾ ਮਤਲਬ ਉਹ 14 ਲਾਈਨਸ ਦਾ ਹੁੰਦਾ, 14 ਲਾਈਨਸ ਆਰ ਦੇਅਰ। ਤਾਂ ਸਪੈਂਜੇਰੀਅਨ ਸਟੈਂਜਾ ਦੇ ਵਿੱਚ ਦੇਅਰ ਆਰ 9 ਲਾਈਨਸ, ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ, ਸਪੈਂਸਰਜ਼ ਆਟੋਬਾਇਓਗ੍ਰਾਫੀਕਲ ਪੋਇਮ ਇਜ਼, ਫੇਰੀ ਕੁਈਨ ਜਿਵੇਂ ਆਪਾਂ ਗੱਲ ਕੀਤੀ ਸੀ ਇਹ ਨਹੀਂ ਹੈਗੀ ਜੀ ਉਹਦੀ, ਇਹ ਐਲੈਗਰੀ ਆ। ਸਿੰਥੀਆ, ਕੋਲਿਨ ਕਲਾਊਡਸ ਕਮ ਹੋਮ ਅਗੇਨ, ਸ਼ੈਫਰਡਸ ਕੈਲੰਡਰ। ਸ਼ੈਫਰਡਸ ਕੈਲੰਡਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪਾਸਟੋਰਲ ਉਹ ਆ ਇੱਕ ਇਹ ਹੈ ਨਾ ਪੋਇਮ। ਤਾਂ ਇਹਦੇ ਵਿੱਚ ਕੀ ਹੈ ਜੀ, ਆਟੋਬਾਇਓਗ੍ਰਾਫੀਕਲ, ਯਾਦ ਰੱਖਣ ਵਾਲਾ ਕੁਐਸਚਨ ਆ ਜੀ, ਬਹੁਤ ਘੱਟ ਮਿਲੇਗਾ ਤੁਹਾਨੂੰ। ਕੋਲਿਨ ਕਲਾਊਡਸ ਕਮ ਹੋਮ ਅਗੇਨ ਇਜ਼ ਦ ਆਟੋਬਾਇਓਗ੍ਰਾਫੀਕਲ ਪੋਇਮ ਆਫ ਸਪੈਂਸਰ, ਠੀਕ ਹੈ ਜੀ। ਨੈਕਸਟ ਇਜ਼ ਹੂ ਹੈਜ਼ ਬੀਨ ਕਾਲਡ ਪੋਇਟਸ ਪੋਇਟ, ਕਿਹਨੂੰ ਕਿਹਾ ਗਿਆ। ਦੇਖੋ ਐਡਮੰਡ ਸਪੈਂਸਰ ਬਾਰੇ ਗੱਲ ਕਰਦੇ ਹਾਂ ਤਾਂ ਉਹਦੀ ਹੀ ਗੱਲ ਹੋਏਗੀ। ਤਾਂ ਪੋਇਟਸ ਪੋਇਟ, ਲਿਖਾਰੀਆਂ ਦਾ ਵੀ ਲਿਖਾਰੀ ਹੈ ਨਾ, ਕਵੀ ਦਾ ਕਵੀ ਕਹਿ ਕੇ ਇਹਨੂੰ ਨਵਾਜਿਆ ਗਿਆ। ਤਾਂ ਕਿਹਾ ਕਿਹਨੇ ਸੀ ਜੀ, ਚਾਰਲਸ ਲੈਂਬ ਨੇ ਕਿਹਾ ਸੀ ਇਹਨੂੰ ਪੋਇਟਸ ਪੋਇਟ, ਹੈ ਨਾ। ਯਾਦ ਰੱਖਣੀ ਹੈ ਗੱਲ, ਪੇਪਰ 'ਚ ਆਉਣ ਵਾਲੇ ਕੁਐਸਚਨ ਨੇ ਇੱਦਾਂ ਦੇ। ਤਾਂ ਐਡਮੰਡ ਸਪੈਂਸਰ ਇਜ਼ ਪੋਇਟਸ ਪੋਇਟ, ਕਿਹਨੇ ਕਿਹਾ ਉਹਨੂੰ, ਚਾਰਲਸ ਲੈਂਬ ਨੇ, ਹੈ ਨਾ। ਨੈਕਸਟ ਕੁਐਸਚਨ, ਦ ਸ਼ੈਫਰਡਸ ਕੈਲੰਡਰ ਵਾਜ਼ ਇੰਸਪਾਇਰਡ ਬਾਏ, ਕਿਤੋਂ ਇੰਸਪਾਇਰਡ ਹੋਇਆ ਜੀ। ਦੇਖੋ ਇੱਦਾਂ ਦੇ ਕੁਐਸਚਨ ਤਾਂ ਰੱਟਾ ਲਾਉਣ ਵਾਲਾ ਹੀ ਆ, ਹੈ ਨਾ, ਇੱਕ ਤਰ੍ਹਾਂ ਦੇ। ਤਾਂ 4 ਆਪਸ਼ਨ ਨੇ ਆਪਣੇ ਕੋਲ, ਬੀਆਮੌਂਟ ਐਂਡ ਫਲੈਚਰ, ਸੈਕਿੰਡ ਆਪਸ਼ਨ ਇਜ਼ ਵਰਜਿਲ ਐਂਡ ਥਿਓਕ੍ਰਾਟਸ, ਥਰਡ ਇਜ਼ ਸੈਕਵਿਲੇ ਐਂਡ ਨੌਰਟਨ, ਫੋਰਥ ਆਪਸ਼ਨ ਇਜ਼ ਨਨ, ਵੀ ਕੋਈ ਵੀ ਨਹੀਂ ਹੈਗਾ। ਇਹਦਾ ਐਕਚੁਅਲ ਦੇ ਵਿੱਚ ਕਿੱਥੋਂ ਇੰਸਪਾਇਰਡ ਆ ਸ਼ੈਫਰਡਸ ਕੈਲੰਡਰ, ਜਿਹੜੀ ਪਾਸਟੋਰਲ ਪੋਇਮ ਆ ਸ਼ੈਫਰਡਸ ਕੈਲੰਡਰ, it is inspired by Beaumont and Fletcher. Coming to the next question, the word sonnet is derived from the word sonetto, which is a English word, Latin word, Greek word, Italian word। देखो English word ਤਾਂ ਹੈ ਹੀ ਨਹੀਂ ਇਹ, ਦੇਖੋ ਗਰੀਕ, ਲੈਟਿਨ ਤੇ ਇਟਾਲੀਅਨ 'ਚੋਂ ਹੋ ਸਕਦਾ। ਇਹ ਵੀ ਰੱਟੇ ਵਾਲੀਆਂ ਗੱਲਾਂ ਜੀ, ਦੇਖੋ ਸਿੱਧੀ ਜੀ ਗੱਲ ਆ। ਇਹਦੇ ਵਿੱਚ ਕੀ ਆ, ਕਈ ਵਾਰ ਜਜ਼ਬਾਤੀ ਹੋ ਕੇ ਨਾ ਨੀਚੇ ਆਪਸ਼ਨ 'ਚ ਆਪਾਂ ਜਾਂਦੇ ਹੀ ਨਹੀਂ, ਇੰਗਲਿਸ਼ ਨਹੀਂ ਹੋਏਗਾ ਚਲੋ ਹੈ ਨਾ, ਅਗਲਾ ਕਹਿੰਦਾ ਲੈਟਿਨ ਹੋਏਗਾ, ਬਟ ਲੈਟਿਨ ਵੀ ਨਹੀਂ ਹੈਗਾ। ਇਟ ਇਜ਼ ਐਨ ਇਟਾਲੀਅਨ ਵਰਡ, ਰਾਈਟ ਆਨਸਰ ਇਜ਼ ਇਟਾਲੀਅਨ ਵਰਡ, ਠੀਕ ਹੈ ਜੀ। ਨੈਕਸਟ ਕੁਐਸਚਨ, ਦ ਸ਼ੈਫਰਡਸ ਕੈਲੰਡਰ ਬਾਏ ਐਡਮੰਡ ਸਪੈਂਸਰ ਇਜ਼ ਕਾਲਡ ਕੈਲੰਡਰ ਬਿਕੋਜ਼, ਦੇਖੋ ਸ਼ੈਫਰਡਸ ਕੈਲੰਡਰ ਨੂੰ ਕੈਲੰਡਰ ਕਿਉਂ ਕਿਹਾ ਜਾਂਦਾ ਹੈ ਨਾ, ਜਿਵੇਂ ਕਿ ਕੈਲੰਡਰ ਦੇ ਵਿੱਚ ਵੀ ਨੋ ਦੈਟ ਦੇਅਰ ਆਰ 12 ਮੰਥਸ ਇਨ ਅ ਕੈਲੰਡਰ। ਤਾਂ ਆਪਾਂ ਦੇਖਦੇ ਹਾਂ ਆਨਸਰ, ਦੇਅਰ ਵਾਜ਼ 1 ਫॉर ਈਚ ਮੰਥ ਆਫ ਈਅਰ, ਠੀਕ ਹੈ ਜੀ। ਇਟ ਵਾਜ਼ ਐਨ ਐਸਟਰੋਲੋਜੀਕਲ ਮੈਗਜ਼ੀਨ, ਦੇਅਰ ਵਾਜ਼ no such calendar for the use of shepherds. It was started by
the then union of shepherds। ਆਪਾਂ ਜਿਵੇਂ ਗੱਲ ਕਰ ਚੁੱਕੇ ਹਾਂ ਪਹਿਲਾਂ, देयर was one for each month of year, ਹਰੇਕ ਮੰਥ ਵਾਸਤੇ, ਸਾਲ ਦੇ ਵਾਸਤੇ ਇੱਕ ਮਹੀਨਾ। ਤਾਂ ਇਹ ਜਿਹੜਾ ਹੈਗਾ ਸ਼ੈਫਰਡਸ ਕੈਲੰਡਰ, ਇਹਨੂੰ ਕੈਲੰਡਰ ਇਸ ਕਰਕੇ ਕਿਹਾ ਜਾਂਦਾ। ਠੀਕ ਹੈ, ਨੈਕਸਟ ਕੁਐਸਚਨ, ਵਾਟ ਇਜ਼ ਦ ਜਨਰਲ ਥੀਮ ਆਫ ਦ ਸ਼ੈਫਰਡਸ ਕੈਲੰਡਰ। ਪਾਸਟੋਰਲ ਪੋਇਮ ਹੈ ਜੀ ਇਹ, ਇਹਦਾ ਜਨਰਲ ਥੀਮ ਕੀ ਆ? The unrequited love of Colin Clout for Rosalind। Second option, the love between Earl of Surrey and Shepherdess, sorry। Third one is the unrequited love of Chaucer for the village valet। Fourth option is the love between Cupid and Shepherdess। Right answer is first one, the unrequited love of Colin Clout for Rosalind। Next question, Virgil's net is a fairly accurate translation, paraphrase in Ottawa Rima of the Latin Culex। Who wrote this poem? देखो, Virgil's net एक ट्रांसलेशन आ, मन के चलो कि यह वर्क आ जी एक स्पेंसर का लिखा होया, वर्जिल्स नैट। इनू लिखिया किने? मतलब वही क्वेश्चन आ गया ना। आप देखो स्पेंसर दी गल्लां हो रही, तो एडमंड स्पेंसर ने सिंपल जी क्वेश्चन आया। तो देखो जो पेपर च आ गया उदों हो सकता तुहानूं बड़ा औखा लगे भी किन्ने लिखिया यार, क्योंकि देखो फिलिप सिडनी अपने सिलेबस है नहीं, एलिमीनेट कर सकते हो। शेक्सपीयर हैगा, चौसर है नहीं, फिर दो ऑप्शन रह गए, एडमंड स्पेंसर ते विलियम शेक्सपीयर। इत्थों फिर तुहानूं जे शेक्सपीयर के वर्क पता ने तो तुसीं बड़े ईजीली जिहड़ा हैगा आंसर दे सकते हो कि यह एडमंड स्पेंसर दा जी। ठीक है, नैक्सट क्वेश्चन, to whom did Spenser write a complimentary letter explaining the plan and purpose of his फेयरी क्वीन। करैक्ट कर लियो जी, इन्हें इज लिखा इत्थे आपां ते हिज आउणा सीगा, हिज फेयरी क्वीन। ये कहंदा कि स्पेंसर ने एक कंप्लीमेंटरी लैटर लिखिया एक्सप्लेनिंग द प्लान एंड परपज़। परपज़ की है तो किनू लिखिया जी ये, है ना, किनू लिखिया? टू होम? टू वॉल्टर रॉली, क्वीन एलिजाबैथ, टू लॉर्ड ऑरमंड, टू लॉर्ड लीसेस्टर। इसका आंसर राइट हैगा जी टू वॉल्टर रॉली। नेक्स्ट क्वेश्चन, टू whom did Spenser dedicate his fairy queen। वेरी इंपॉर्टेंट क्वेश्चन, किनू डेडिकेट की है जी? देखो एक क्वेश्चन बनता सी ओवरऑल हीरो किहड़ा इहदा, किंग आर्थर आ, डेडिकेट किनू की है जी, ये भी आपां देखना हुण। वेरी इंपॉर्टेंट क्वेश्चन, टू क्वीन एलिजाबैथ, टू किंग जेम्स I, टू सर वाल्टर रॉले, टू लॉर्ड लीसेस्टर। देखो वाल्टर रॉले वाला तो क्वेश्चन आप कर ही लिया, इनू तो लैटर लिखिया सी इन्हें एक कॉम्पलीमेंटरी, उहदे विच दस्सिया सी कि जिहड़ा मैं लिख रहा भाई फेरी क्वीन, इहदा प्लान की आ, किद्दां लिखूँगा मैं, है ना, ते परपज़ की आ, क्यों लिख रहे हैं, है ना। तो वो तो एलिमीनेट हो जाता वाल्टर। ठीक है, तो क्वीन एलिजाबैथ नूं डेडिकेट किया जी, ये ध्यान रखने वाली गल्लां ने। क्वीन एलिजाबैथ नूं डेडिकेट करी है फेरी क्वीन एडमंड स्पेंसर ने। उस तो बाद हैगा जी क्वेश्चन, स्पेंसर्स फेरी क्वीन वॉज प्लैन टू बी कंप्लीटिड इन 12 बुक्स। 12 किताबां जिद्दां आपां पहलां डिस्कस कर चुके हैं कि वॉल्टर रॉली नूं उहने प्लैन ते परपज़ दस्सिया एक लैटर लिख के भी मैं इदां इदां बना रहा, तो उन्हें दस्सिया सी कि 12 जिहड़ियां 12 बुक्स मैं लिखणियां ने जी, बट ही वॉज एबल टू कंप्लीट ओनली, वो किन्नियां बुक्स कंप्लीट कर सकिया, है ना, कह सकते हैं एक बुक। 12 नहीं, उन्होंने सोचियां 12 सीगियां, लिखी एक गई। देखते हैं जी, नहीं एक तो नहीं लिखी गई। 4 बुक्स, 4 बुक्स लिखिया गई, नहीं जी 6 बुक्स तो 10 बुक्स। ये किहड़ा 6 बुक्स। एक गल होर थोड़ा जिहा आपां एडअप कर दईए, 6 बुक्स इज़ द राइट आंसर। ये नाल ही की एक गल होर आ कि 7वीं जिहड़ी 7th बुक सीगी, स्पेंसर वॉज जस्ट राइटिंग द 7th बुक, इट वॉज हाफ कंप्लीटेड। तो आपां पर 6 बुक्स ही कहांगे कंप्लीट जो हैगियां, है ना।
उस तो बाद देखो जी स्पेंजर एज स्पेंजर्स इनू राइट सही कर लियो। स्पेंजर्स प्राइमरी मोटो और परपज़ इन राइटिंग द फेरी क्वीन वॉज, ਜਿਹੜਾ ਸਭ ਤੋਂ ਮੁੱਢਲਾ ਜਾਂ ਪ੍ਰਾਇਮਰੀ ਮੋਟੋ ਜਾਂ ਪਰਪਸ ਕਹਿੰਦੇ ਆ ਫੇਰੀ ਕੁਈਨ ਲਿਖਣ ਦਾ, ਉਹ ਕੀ ਸੀ? ਟੂ ਪਲੀਜ਼ ਐਂਡ ਔਨਰ ਕੁਈਨ ਐਲਿਜ਼ਾਬੈਥ, ਟੂ ਜਸਟੀਫਾਈ ਦਾ ਹੋਲੀਨੈਸ ਐਜ਼ ਦਾ ਗ੍ਰੇਟੈਸਟ ਵਰਚੂ, ਟੂ ਸੇਵ ਦਾ ਔਨਰ ਆਫ womanhood, to fashion a gentleman or a noble person in virtual and gentle discipline। ਤਾਂ ਆ ਦੋਵੇਂ ਜਿਹੜੇ ਹੈਗੇ ਆ ਜੀ, ਟੂ ਪਲੀਜ਼ ਐਂਡ ਔਨਰ ਦਾ ਕੁਈਨ ਐਲਿਜ਼ਾਬੈਥ ਤੇ ਲਾਸਟ ਵਾਲਾ ਟੂ ਫੈਸ਼ਨ ਅ ਜੈਂਟਲਮੈਨ ਔਰ ਅ ਨੋਬਲ ਪਰਸਨ ਇਨ ਵਰਚੁਅਲ ਐਂਡ ਜੈਂਟਲ ਡਿਸਿਪਲਿਨ। ਮੈਂ ਤਾਂ ਇਹ ਦੋਨਾਂ ਦੇ ਵਿੱਚੋਂ ਇੱਕ ਚੁਣੂੰਗਾ ਜੀ, ਤੁਸੀਂ ਸੋਚ ਸਕਦੇ ਹੋ 2 ਸੈਕਿੰਡ ਲਈ ਵੀ ਕਿਹੜਾ ਹੋ ਸਕਦਾ ਇਹਦੇ ਵਿੱਚੋਂ, ਫਿਰ ਮੈਂ ਆਨਸਰ ਦਿਆਂਗਾ। ਹਾਂਜੀ ਦੋਸਤੋ, ਤਾਂ ਦੇਖੋ ਟੂ ਪਲੀਜ਼ ਐਂਡ ਔਨਰ ਕੁਈਨ ਐਲਿਜ਼ਾਬੈਥ ਇਹ ਤਾਂ ਨਹੀਂ ਹੋ ਸਕਦਾ, ਕਿਉਂਕਿ ਸਾਰੀ ਬੁੱਕ ਹੀ ਉਹਨੂੰ ਡੈਡੀਕੇਟ ਕੀਤੀ ਸੀ, ਉਹਨੂੰ ਤਾਂ ਉਹਨੂੰ ਕੋਈ ਮਤਲਬ ਹੈ ਨਾ ਕੁਛ ਗੱਲਾਂ ਲਿਖੀਆਂ ਹੋਣੀਆਂ ਬਟ ਉਹਨੂੰ ਤਾਂ ਡੈਡੀਕੇਟ ਕੀਤੀ ਸੀ ਬੁੱਕ। ਉਹ ਪ੍ਰਾਇਮਰੀ ਮੋਟੋ ਸੀਗਾ ਉਹਦਾ ਟੂ ਫੈਸ਼ਨ ਅ ਜੈਂਟਲਮੈਨ ਔਰ ਅ ਨੋਬਲ ਪਰਸਨ ਇਨ ਵਰਚੁਅਲ ਐਂਡ ਜੈਂਟਲ ਡਿਸਿਪਲਿਨ। ਲਓ ਜੀ ਨੈਕਸਟ, ਹੂ ਇਜ਼ ਦਾ ਹੀਰੋ ਆਫ ਸਪੈਂਜ਼ਰਜ਼ ਫੇਰੀ ਕੁਈਨ? ਕੌਣ ਸੀਗਾ ਹੀਰੋ ਇਹਦਾ ਜੀ? ਪਹਿਲਾਂ ਵੀ ਕੁਐਸਚਨ ਆ ਚੁੱਕਿਆ ਹੈ, ਕਿੰਗ ਆਰਥਰ। ਠੀਕ ਹੈ ਜੀ, ਓਵਰਆਲ ਹੀਰੋ ਜਾਂ ਹੀਰੋ ਕੌਣ ਆ? ਵੈਨ ਸਿਡਨੀ ਡਾਈਡ, ਫਿਲਿਪ ਸਿਡਨੀ ਇੱਕ ਰਾਈਟਰ ਹੋਏ ਆ ਜੀ, ਬਹੁਤ ਤਕੜੇ, ਬਹੁਤ ਹੀ ਅੱਛੇ ਉਮਦਾ ਰਾਈਟਰ ਹੋਇਆ। ਡਾਈਡ ਸਪੈਂਜ਼ਰ ਰੋਟ ਐਨ ਐਲਜੀ, ਉਹਨਾਂ ਨੇ ਐਲਜੀ ਲਿਖੀ ਜੀ ਆਪਣਾ ਸਿਡਨੀ ਦੇ ਉੱਪਰ। ਕਿੰਨੇ? ਸਪੈਂਜ਼ਰ ਨੇ। ਔਨ ਹਿਸ ਡੈਥ, ਜਦੋਂ ਮਰੇ। ਵਿਚ ਆਫ ਦਾ ਫੋਲੋਇੰਗ, ਹੇਠ ਲਿਖਿਆਂ ਚੋਂ ਕਿਹੜੀ ਸੀ ਜੀ ਉਹ? ਠੀਕ ਹੈ ਜੀ, ਆਪਾਂ ਦੇਖਦੇ ਹਾਂ ਐਪੀਥਲੇਮੀਅਨ, ਇਹਦੇ ਵਿਆਹ ਵਾਲੇ ਸੌਂਗ ਸੀਗੇ ਤਾਂ। ਸ਼ੈਫਰਡਸ ਕੈਲੰਡਰ, ਸੈਫਰਡਸ ਕੈਲੰਡਰ ਸੀ ਇਹ, ਪਾਸਟੋਰਲ ਪੋਇਮ ਸੀਗੀ। ਉਸ ਤੋਂ ਬਾਅਦ ਅਮੈਰਿਟੀ, ਅਮੈਰਿਟੀ ਵੀ ਨਹੀਂ ਸੀਗੀ। ਠੀਕ ਹੈ ਜੀ, ਅਮੈਰਿਟੀ ਅਤੇ ਐਸਟ੍ਰੋਫਲ ਦੇ ਵਿੱਚੋਂ ਆਪਾਂ ਚੂਜ਼ ਕਰਨਾ ਹੋਵੇ ਤਾਂ ਜਿਹੜੀ ਐਲਜੀ ਸੀ ਸਿਡਨੀ ਦੀ ਡੈਥ ਦੇ ਉੱਪਰ, ਤਾਂ ਉਹ ਸੀਗੀ ਐਸਟ੍ਰੋਫਿਲ। ਯਾਦ ਰੱਖਿਓ ਇਹਨੂੰ, ਅਮੈਰਿਟੀ ਨਾ ਲਿਖ ਦਿਓ। ਅਮੈਰਿਟੀ ਤਾਂ ਐਪੀਥਲੇਮੀਅਨ ਅਤੇ ਪ੍ਰੋਥਲੇਮੀਅਨ ਦਾ ਮਿਕਸਚਰ ਜਿਹਾ ਹੀ ਸੀ ਇੱਕ ਤਰ੍ਹਾਂ ਦਾ, ਤਾਂ ਮਤਲਬ ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਸਪੈਂਜ਼ਰਜ਼ ਐਪੀਥਲੇਮੀਅਨ ਇਜ਼, ਕੁਐਸਚਨ ਆ ਗਿਆ ਜੀ। ਫਿਰ ਐਪੀਥਲੇਮੀਅਨ ਕੀ ਸੀ? ਦੇਖੋ ਇੱਕ ਪ੍ਰੋਥਲੇਮੀਅਨ, ਪ੍ਰੋ ਮਤਲਬ ਪਹਿਲਾਂ, ਇੱਕ ਜਸਟ ਰੱਟਾ ਲਗਾਉਣ ਲਈ ਮੈਂ ਇਹਨੂੰ ਰਿਪੀਟ ਕਰ ਰਿਹਾ ਦੁਬਾਰਾ। ਪ੍ਰੋ ਪਹਿਲਾਂ ਲਵ ਅਫੇਅਰ ਹੁੰਦਾ, ਦੈਨ ਦਾ ਲਵਰ ਐਂਡ ਬਿਲਵਡ ਇੱਕ ਜਿਹੜਾ ਹੈਗਾ ਵਿਆਹ ਦੇ ਬੰਧਨ 'ਚ ਬੰਨੇ ਜਾਂਦੇ ਆ, ਤਾਂ ਪ੍ਰੋਥਲੇਮੀਅਨ ਤਾਂ ਸਿੱਧੀ ਜੀ ਗੱਲ ਆ ਕਿ ਲਵ ਨਾਲ ਰਿਲੇਟਡ ਚੀਜ਼ ਹੋਊਗੀ। ਤਾਂ ਐਪੀਥਲੇਮੀਅਨ ਕੀ ਆ? ਆ ਨਰੇਟਿਵ ਪੋਇਮ ਆ ਸੋਨੇਟ ਆ ਵੈਡਿੰਗ ਹੈਮਨ ਆ, ਐਨ ਐਲਜੀ ਆ। ਦੇਖੋ ਜੀ ਪਹਿਲਾਂ ਆਪਾਂ ਪਿਆਰ ਦੀ ਗੱਲ ਹੋਊਗੀ ਪ੍ਰੋਥਲੇਮੀਅਨ 'ਚ, ਐਪੀਥਲੇਮੀਅਨ 'ਚ ਹੋਊਗੀ ਵੈਡਿੰਗ ਦੀ। ਲਓ ਜੀ ਰਾਈਟ ਆਨਸਰ। ਨੈਕਸਟ ਕੁਐਸਚਨ, ਸਪੈਂਜ਼ਰਜ਼ ਐਮੋਰਿਟੀ ਇਜ਼, ਉੱਪਰ ਜਿਹੜਾ ਕੁਐਸਚਨ ਆਇਆ ਸੀ ਉਹ ਰਿਪੀਟ ਹੋ ਗਿਆ। ਐਮੋਰਿਟੀ ਆ ਜਿਹੜੀ ਉਹ ਕੀ ਹੈ ਜੀ? ਅ ਕਲੈਕਸ਼ਨ ਆਫ ਹਿਜ਼ ਲਵ ਲਿਰਿਕਸ, collection of his love sonnets, collection of his miscellaneous songs, an elegy on the death of Sydney। देखो सिडनी ਦੀ ਡੈਥ ਦੇ ਜਿਹੜਾ ਸੀਗਾ ਉਹ ਤਾਂ ਸੀਗਾ ਐਸਟ੍ਰੋਫਿਲ, ਇਹ ਤਾਂ ਐਲੀਮੀਨੇਟ ਹੋ ਗਿਆ। ਕਲੈਕਸ਼ਨ ਆਫ ਮਿਸਲੀਨੀਅਸ ਸੌਂਗਸ ਇਹਨੂੰ ਨਹੀਂ ਆਪਾਂ ਮੰਨਾਂਗੇ। ਕਲੈਕਸ਼ਨ ਆਫ ਹਿਜ਼ ਲਵ ਸੋਨੇਟਸ ਅਤੇ ਅ ਕਲੈਕਸ਼ਨ ਆਫ ਹਿਜ਼ ਲਵ ਲਿਰਿਕਸ, ਤਾਂ ਇਹਦੇ ਵਿੱਚੋਂ ਕੀ ਹੈ ਜੀ? ਰਾਈਟ ਆਨਸਰ ਇਜ਼ ਕਲੈਕਸ਼ਨ ਆਫ ਹਿਜ਼ ਲਵ ਸੋਨੇਟਸ। ਠੀਕ ਹੈ ਜੀ, ਤਾਂ ਦੇਖੋ ਇੱਕ ਗੱਲ ਹੋਰ ਦੁਬਾਰਾ ਮੈਂ ਰਿਪੀਟ ਕਰਦਾ ਦੋਸਤੋ, ਜਿੱਥੇ ਗ੍ਰੀਨ ਰਾਈਟ ਟਿਕ ਹੋਵੇ ਤਾਂ ਉਹੀ ਆਨਸਰ ਮੰਨ ਕੇ ਚੱਲਣਾ ਤੁਸੀਂ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਕੁਐਸਚਨ, ਸਪੈਂਜ਼ਰ ਰੋਟ ਅ ਸੀਰੀਜ਼ ਆਫ ਹਿਜ਼ ਸੋਨੇਟਸ ਇਨ ਔਨਰ ਆਫ ਹਿਜ਼ ਲੇਡੀ ਲਵ ਐਲਿਜ਼ਾਬੈਥ ਬੋਇਲ, ਜਾਂ ਐਲਿਜ਼ਾਬੈਥ ਬੋਇਲੀ ਵੀ ਕਹਿ ਸਕਦੇ ਹਾਂ। ਤਾਂ ਇਹ ਬਿਲਵਡ ਸੀਗੀ ਇਹਦੀ ਜੀ ਸਪੈਂਸਰ ਦੀ, ਐਲਿਜ਼ਾਬੈਥ ਬੋਇਲੀ, ਹੋਮ ਹੀ ਮੈਰਿਡ ਲੇਟਰ, ਜਿਹਦੇ ਨਾਲ ਉਹਨੇ ਵਿਆਹ ਕਰਾ ਲਿਆ ਬਾਅਦ 'ਚ। ਇਹਦੇ ਲਈ ਲਵ ਸੌਂਗ ਲਿਖੇ ਤਾਂ ਪ੍ਰੋਥਲੇਮੀਅਨ ਕਹਾਏ, ਅਤੇ ਬਾਅਦ 'ਚ ਜਦੋਂ ਮੈਰਿਜ ਵੈਡਿੰਗ ਹੈਮਨ ਜਾਂ ਮੈਰਿਜ ਸੌਂਗ ਹੈ ਨਾ, ਉਹ ਜਿਹੜਾ ਹੈ ਐਪੀਥਲੇਮੀਅਨ ਉਹਨਾਂ ਨੂੰ ਕਿਹਾ ਗਿਆ। ਤਾਂ ਵਾਟਸ ਦਾ ਟਾਈਟਲ, ਵਟ ਟਾਈਟਲ ਡਿਡ ਹੀ ਗੇਵ ਟੂ ਦਿਸ ਸੀਰੀਜ਼?
ਲੇਡੀ ਲਵ ਜਿਹੜੀ ਐਲਿਜ਼ਾਬeth ਬਾਇਲੀ ਸੀ ਉਹਦੇ ਔਨਰ 'ਚ ਉਹਨੂੰ ਸਨਮਾਨਿਤ ਕਰਨ ਲਈ ਸੋਨੇਟ ਲਿਖੇ, ਉਹਨੂੰ ਕੀ ਨਾਮ ਦਿੱਤਾ ਗਿਆ ਦੇਖੋ, ਹੈ ਨਾ। ਇਹ ਕੁਐਸਚਨ ਇਹਨੇ ਪੁੱਛਿਆ ਗਿਆ। ਦੇਖੋ ਧਿਆਨ ਨਾਲ ਪੜ੍ਹੋ। ਸੀਰੀਜ਼ ਆਫ ਹਿਜ਼ ਸੋਨੇਟਸ ਇਨ ਔਨਰ ਆਫ ਹਿਜ਼ ਲੇਡੀ ਲਵ ਐਲਿਜ਼ਾਬeth ਬੋਇਲ, ਹੈ ਨਾ, ਹੂਮ ਹੀ ਮੈਰਿਡ ਲੇਟਰ। ਮੈਰਿਡ ਬਾਅਦ 'ਚ ਵਿਆਹ ਕਰਾਇਆ, ਤਾਂ ਪਹਿਲਾਂ ਲਵ ਵਾਲੀ ਗੱਲ ਚੱਲ ਰਹੀ ਹੈ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਪ੍ਰੋਥਲੇਮੀਅਨ, ਹੈ ਨਾ। ਆਪਾਂ ਇਹਨੂੰ ਚੈੱਕ ਕਰਦੇ ਹਾਂ ਇੱਕ ਮਿੰਟ। ਤਾਂ ਹਾਂ, ਇਹ ਕੁਐਸਚਨ ਆ ਚੁੱਕਿਆ ਪਹਿਲਾਂ, ਹੈ ਨਾ। ਸੋਨੇਟਸ ਦੀ ਗੱਲ ਹੋ ਰਹੀ ਹੈ, ਤਾਂ ਇੱਥੇ ਸੋਨੇਟਸ ਦੀ ਗੱਲ ਹੋਊਗੀ ਜਦੋਂ ਤਾਂ ਐਪੀਥਲੇਮੀਅਨ ਵੀ ਨਹੀਂ ਆਏਗਾ, ਪ੍ਰੋਥਲੇਮੀਅਨ ਵੀ ਨਹੀਂ ਆਏਗਾ, ਇੱਥੇ ਆਏਗਾ ਐਮੋਰੈਟੀ। ਐਮੋਰੈਟੀ, ਠੀਕ ਹੈ। ਐਮੋਰੈਟੀ ਇਜ਼ ਦਾ ਰਾਈਟ ਆਨਸਰ। ਆਪਣੀ ਲੇਡੀ ਲਵ ਐਲਿਜ਼ਾਬeth ਬਾਇਲੀ ਨੂੰ ਉਹਦੇ ਔਨਰ 'ਚ ਸੋਨੇਟ ਲਿਖੇ, ਸੀਰੀਜ਼ ਆਫ ਹਿਜ਼ ਸੋਨੇਟਸ, ਤਾਂ ਉਹਨੂੰ ਅਮੋਰਟੀ ਕਹਾਂਗੇ। ਤਾਂ ਜੇ ਲਵ ਪੋਇਮਸ ਆ ਗਿਆ ਤਾਂ ਪ੍ਰੋਥਲੇਮੀਅਨ ਕਹਾਂਗੇ, ਜੇ ਵੈਡਿੰਗ ਹੈਮਨਸ ਆ ਗਿਆ ਤਾਂ ਐਪੀਥਲੇਮੀਅਨ ਕਹਾਂਗੇ, ਅਤੇ ਜੇਕਰ ਸੀਰੀਜ਼ ਆਫ ਸੋਨੇਟਸ ਇਨ ਔਨਰ ਆਫ ਲੇਡੀ ਲਵ ਆ ਗਿਆ ਤਾਂ ਅਮੋਰਟੀ ਕਹਾਂਗੇ। ਦ ਫੇਰੀ ਕੁਈਨ ਇਜ਼ ਐਨ ਐਲੈਗਰੀ। In this, Queen Elizabeth is allegorized through the character of। Queen Elizabeth ਨੂੰ ਕਿਹੜੇ ਕਰੈਕਟਰ ਦੇ ਥਰੂ ਮਤਲਬ ਐਲੈਗਰਾਈਜ਼ ਕੀਤਾ ਗਿਆ, ਹੈ ਨਾ। ਦੇਖੋ ਜੀ, 4 ਆਪਸ਼ਨ ਨੇ, ਗਲੋਰੀਆਨਾ, ਕਲਾਰਿਸਾ, ਡੋਇਸਾ, ਊਨਾ। ਊਨਾ ਨੂੰ ਕੱਢ ਦਿਓ, ਡੋਇਸਾ ਵੀ ਨਹੀਂ, ਕਲਾਰਿਸਾ ਅਤੇ ਗਲੋਰੀਆਨਾ। ਗਲੋਰੀਆਨਾ ਇਜ਼ ਦਾ ਰਾਈਟ ਆਨਸਰ। ਇਹ ਕਲਾਰਿਸਾ ਦੇ ਸਪੈਲਿੰਗ ਆਪਣੇ ਕੋਲ ਗਲਤ ਹੋ ਗਿਆ, ਕੋਈ ਗੱਲ ਨਹੀਂ, ਡਜ਼ਨਟ ਮੈਟਰ। ਗਲੋਰੀਆਨਾ ਦੇ ਥਰੂ ਉਹਨੂੰ ਜਿਹੜਾ ਐਲੈਗਰਾਈਜ਼ ਕੀਤਾ ਗਿਆ ਕੁਈਨ ਐਲਿਜ਼ਾਬeth ਨੂੰ। ਨੈਕਸਟ, ਡੋਏਸਾ ਇਜ਼ ਅ ਕਰੈਕਟਰ ਇਨ। ਸਿੰਪਲ ਜੀ ਗੱਲ ਹੈ ਜੀ। ਦੇਖੋ, ਸ਼ੇਕਸਪੀਅਰ, ਕ੍ਰਿਸਟੋਫਰ ਮਾਰਲੋ, ਜਿਓਫਰੇ ਚੌਸਰ, ਐਡਮੰਡ ਸਪੈਂਸਰ। ਸਪੈਂਸਰ ਦੀ ਗੱਲ ਚੱਲ ਰਹੀ ਹੈ ਤਾਂ ਸਪੈਂਸਰ ਦੇ ਕਿਸੇ ਵਰਕ 'ਚ ਹੀ ਹੋਏਗਾ। ਕਿਹੜੇ 'ਚ ਹੋਏਗਾ ਜੀ? ਫੇਰੀ ਕੁਈਨ 'ਚ ਹੈ। ਇਹ ਵੀ ਯਾਦ ਕਰ ਲੈਣਾ। Next question. Her angel face, the great eye of heaven, shined the bright and made the sun shine in the shady place. Did never mortal eye behold such heavenly grace? Whose beauty is described in these lines? ਦੇਖੋ, ਕਿਤੇ ਨਾ ਕਿਤੇ ਥੋੜ੍ਹਾ ਸਪੈਲਿੰਗ ਮਿਸਟੇਕ ਜਾਂ ਲਿਖਣ 'ਚ ਬਹੁਤ, ਕਿਉਂਕਿ ਬਹੁਤ ਜ਼ਿਆਦਾ ਮੈਟਰ ਹੁੰਦਾ ਨਾ, ਤਾਂ ਲਿਖਣ 'ਚ ਥੋੜ੍ਹਾ ਬਹੁਤਾ ਹੋ ਸਕਦਾ, ਜ਼ਿਆਦਾ ਨਹੀਂ ਹੋਏਗਾ। ਹੂਜ਼ ਬਿਊਟੀ ਇਜ਼ ਡਿਸਕ੍ਰਾਈਬਡ ਇਨ ਦੀਜ਼ ਲਾਈਨਸ। ਕਿਹਦੀ ਬਿਊਟੀ ਜਿਹੜੀ ਡਿਸਕ੍ਰਾਈਬ ਕੀਤੀ ਗਈ ਹੈ? ਗਲੋਰੀਆਨਾ, ਊਨਾ, ਡੋਇਸਾਜ਼, ਐਵਿਸਾਜ਼। ਇਹ ਆਨਸਰ ਹੋਏਗਾ ਜੀ, ਰਾਈਟ ਆਨਸਰ ਇਜ਼ ਊਨਾ। ਊਨਾ ਦੀ ਬਿਊਟੀ, ਇਹ ਜਿਵੇਂ ਕਿ ਤੁਹਾਨੂੰ ਕੋਟੇਸ਼ਨ ਆ ਸਕਦੀ ਹੈ, ਹਰ ਐਂਜਲ ਫੇਸ, ਇਹ ਥੋੜ੍ਹਾ ਯਾਦ ਕਰ ਲਿਓ। ਇਹ ਰੱਟਾ ਲਗਾਉਣ ਵਾਲੀਆਂ ਚੀਜ਼ਾਂ ਜੀ, ਇੰਨੇ ਡੈਪਥ 'ਚ ਕਿਉਂਕਿ ਕਰਾਂਗੇ ਤਾਂ ਬਹੁਤ ਟਾਈਮ ਘੱਟ ਆਪਣੇ ਕੋਲ, ਹੈ ਨਾ। ਹੂ ਕਾਲਜ਼ ਸਪੈਂਸਰ ਪੋਇਟਸ ਪੋਇਟ। ਦੇਖੋ, ਪੋਇਟਸ ਪੋਇਟ ਕੌਣ ਆ? ਸਪੈਂਸਰ ਆ ਜੀ। ਆਪਾਂ ਉੱਪਰ ਡਿਸਕਸ ਕਰ ਚੁੱਕੇ ਹਾਂ ਕਿ ਕਿਹਨੇ ਕਿਹਾ। ਹੁਣ ਦੇਖਦੇ ਹਾਂ ਤੁਹਾਡੇ 'ਚ ਕੌਣ ਆਨਸਰ ਸਹੀ ਦਿੰਦਾ। ਆਪਣੇ ਦਿਮਾਗ 'ਚ ਸੋਚ ਲਿਓ ਕਿ ਤੁਸੀਂ ਕਿਹੜਾ ਆਨਸਰ ਟਿਕ ਕਰਨਾ ਚਾਹੋਗੇ। ਉਸ ਤੋਂ ਬਾਅਦ ਮੈਂ ਤੁਹਾਨੂੰ 1-2 ਸੈਕਿੰਡ ਦਿਆਂਗਾ ਅਤੇ ਬਾਅਦ 'ਚ ਆਨਸਰ ਦੱਸ ਦਿਆਂਗਾ। ਹੂ ਕਾਲਜ਼ ਸਪੈਂਸਰ ਪੋਇਟਸ ਪੋਇਟ। ਦੇਖੋ ਜੀ, ਪਹਿਲਾ ਆਪਸ਼ਨ ਹੈ ਮੈਥਿਊ ਆਰਨੋਲਟ, ਸੈਕਿੰਡ ਵਨ ਇਜ਼ ਫਿਲਿਪ ਸਿਡਨੀ, ਥਰਡ ਵਨ ਇਜ਼ ਹੈਜ਼ਲਿਟ, ਫੋਰਥ ਵਨ ਇਜ਼ ਚਾਰਲਸ ਲੈਂਬ। ਸੋਚੋ ਜੀ, ਦੱਸੋ, ਮਨ 'ਚ ਸੋਚੋ ਅਤੇ ਸੱਚ ਹੀ ਸੋਚਿਓ। ਇਹ ਨਾ ਸੋਚੋ ਕਿ ਬਾਅਦ 'ਚ ਮੈਂ ਇਹੀ ਦੇਣੇ ਵਾਲਾ ਥਾ ਯਾਰ, ਇਹ ਤਾਂ ਭੂਲ ਕੇ ਹੋ ਗਿਆ, ਹੈ ਨਾ। ਸੋ ਰਾਈਟ ਆਨਸਰ ਇਜ਼, ਕਿਹਨੇ ਕਿਹਾ ਜੀ ਪੋਇਟਸ ਪੋਇਟ? ਚਾਰਲਸ ਲੈਂਬ ਨੇ। ਨੈਕਸਟ ਕੁਐਸਚਨ, in which work Spenser used Spenserian stanza? ਕਿਹੜੇ ਕੰਮ ਦੇ ਵਿੱਚ ਸਪੈਂਜ਼ਰ ਨੇ ਸਪੈਂਜ਼ੇਰੀਅਨ ਸਟੈਂਜਾ ਯੂਜ਼ ਕੀਤਾ? ਹਾਂ, ਇੱਕ ਗੱਲ ਫੇਰ ਐਡਅਪ ਕਰ ਲੈਂਦੇ ਹਾਂ ਕਿ ਸਪੈਂਜ਼ੇਰੀਅਨ ਸਟੈਂਜਾ ਜਿਹੜਾ 9 ਲਾਈਨਾਂ ਦਾ ਹੁੰਦਾ, 9 ਲਾਈਨਸ, ਕਿਤੇ ਵੀ ਕੁਐਸਚਨ ਆਵੇ ਤਾਂ ਫੇਰੀ ਕੁਈਨ ਦੇ ਵਿੱਚ ਇਹਨਾਂ ਨੇ ਜੀ ਯੂਜ਼ ਕੀਤਾ ਸਪੈਂਜ਼ੇਰੀਅਨ ਸਟੈਂਜਾ, ਜੋ ਕਿ ਇੱਕ ਐਲੈਗਰੀ ਸੀ। ਯਾਦ ਰੱਖਿਓ ਦੋਸਤੋ। ਨੈਕਸਟ ਇਜ਼, ਹਾਊ ਮੈਨੀ ਕੈਂਟੋਜ਼ ਆਰ ਦੇਅਰ ਇਨ ਬੁੱਕ 1 ਆਫ ਦ ਫੇਰੀ ਕੁਈਨ? ਦੇਖੋ, ਕਿੰਨੀਆਂ ਕਿਤਾਬਾਂ ਛਾਪਣ ਲਈ ਉਹਨੇ ਸੋਚਿਆ ਸੀਗਾ, ਹੈ ਨਾ। ਜਿਹੜੇ ਵਾਲਟਰ ਰੌਲੇ ਨੂੰ ਇੱਕ ਲੈਟਰ ਲਿਖਿਆ ਸੀ ਕੰਪਲੀਮੈਂਟਰੀ, ਉਹਦੇ ਵਿੱਚ ਕਿੰਨੀਆਂ ਬੁੱਕਸ ਕਹਿੰਦਾ ਸੀ ਸਪੈਂਸਰ ਕਿ ਮੈਂ ਪਲਾਨ ਕੀਤਾ ਅਤੇ ਮੇਰਾ ਪਰਪਸ ਕੀ ਆ? 12 ਬੁੱਕਸ ਦਾ ਸੀਗਾ। ਤਾਂ ਦੇਖੋ, ਜ਼ਿਆਦਾਤਰ ਜੇ ਕੋਈ ਇੱਦਾਂ ਦਾ ਕੁਐਸਚਨ ਆਉਂਦਾ ਤਾਂ 12 ਦਾ ਹੀ ਉਹਨੂੰ ਕੋਈ ਸਪੈਸੀਫਿਕਲੀ ਮੇਰੇ ਖਿਆਲ ਲਗਾਵ ਹੋਣਾ ਇਸ ਨੰਬਰ ਨਾਲ।
ਤਾਂ ਪਹਿਲੀ ਬੁੱਕ ਦੇ ਵਿੱਚ ਕਿੰਨੇ ਕੈਂਟੋ ਨੇ 6 ਨੇ ਮਤਲਬ 6 10 4 12 ਦੇਖੋ ਜੀ 12 ਹੀ ਨੇ है ना ज़्यादातर 12 आंसर आऊगा 12 जो भी इदा का क्वेश्चन आऊगा कोई इन द डेडिकेटरी लैटर स्पेंसर सेज दैट द रियल बिगनिंग ऑफ द अलैगरी इन फेरी क्वीन इज़ टू बी फाउंड इन किहड़ी बुक दे विच रियल बिगनिंग आ जिहड़ी अलैगरी दी हैगी आ फेरी क्वीन दी बुक 1 बुक 7 बुक 12 बुक 10 देखो मैं पहला भी कहा सी बुक 12 आंसर ही आऊगा तो ज़्यादातर Next, some critics says that the Fairy Queen is downright flattery, gross, shameless, laying flattery of Queen Elizabeth। ये गल किहड़े ने कही जी प्लेटो ने एरिस्टोटल ने होमर ने वर्जिल ने देखो माई आंसर इज़ एरिस्टोटल हाँ जी एरिस्टोटल ने कही गुड इंपॉर्टेंट क्वेश्चन है जी याद रखना द फेरी क्वीन एज अ मॉरल एलेगरी द फेरी क्वीन इज अ मॉरल एलेगरी फ्रॉम whom did Spencer derived the concept of moral allegory ये कहता जी मॉरल एलेगरी है जी फेरी क्वीन नूं एलेगरी कह सकते हो तो जे होर थोड़ा जिहा अगे जाना हो तो मॉरल एलेगरी कह सकते हैं है ना ध्यान रखियो होए तो किहड़े बंदे ने स्पेंसर मतलब किस तो डराइव किया कॉन्सैप्ट मॉरल एलेगरी का स्पेंसर ने फेरी क्वीन लिखण लई देखो प्लेटो एरिस्टोटल होमर लिखा होया होमर वर्जिल एरिस्टोटल तो ही किया जी ये याद रख लियो एरिस्टोटल तो ही है ना स्पेंसर रिट नो लैंगुएज या आप ये भी पढ़ सकते हैं स्पेंसर राइट नो लैंगुएज हू सैड दिस किने कहा जी भी इन्हें कोई लैंगुएज नहीं लिखी बैन जॉनसन ने कहा या डॉक्टर जॉनसन ने कहा या जॉन राइडन ने कहा या मैथ्यू अर्नाल्ड ने कहा तो राइट आंसर इज़ बैन जॉनसन स्पेंसर का ज़्यादा जो संबंध है वो चौसर नाल या बैन जॉनसन के नाल है ध्यान रखियो गल का है ना नैक्सट क्वेश्चन स्पेंसर डिवाइडेड हिज शैफर्ड्स कैलेंडर इनटू 12 इकलॉग्स 12 इकलॉग्स के शैफर्ड्स कैलेंडर ने उन्हें डिवाइड किया शैफर्ड्स कैलेंडर इज़ अ पास्टोरल पोएम वाई डिड ही डू सो उन्हें ऐ क्यों किया इस तरह है ना बिकॉज ही डिजाइंड टू डिवाइड हिज फेरी क्वीन इंटू 12 बुक्स बिकॉज 12 was supposed to be standard number for a long allegory because there are 12 months in a year it's a design so required देखो इहदा जिहड़ा राइट आंसर है जी बिकॉज इत्थे तुसीं सोचो 3 मिनट 3 4 5 सैकेंड लई तो फिर आपां देखते हैं कि किहड़ा राइट आंसर है ना देखो जी राइट आंसर इज बिकॉज देर आर 12 मंथ्स इन ईयर थर्ड ऑप्शन इज राइट नैक्सट टू होम दज स्पेंसर डेडिकेट हिज शैफर्ड्स कैलेंडर पहला फेरी क्वीन सी किनू डेडिकेट की सी जी क्वीन एलिजाबैथ नूं ते हुण हैगा शैफर्ड्स कैलेंडर किनू डेडिकेट किया देखो जी बड़ा इंपॉर्टेंट क्वेश्चन आ सोचो किनू किया हो सकता सर वॉल्टर रैले नहीं जी उन्होंने तो एक लैटर लिखा सी उन्होंने इंट्रोडक्टरी कॉम्पलीमेंट्री कह सकते क्वीन एलिजाबैथ नहीं जी ये फेरी क्वीन वाली है जिन्हें फेरी क्वीन मतलब इन्हों की सी डेडिकेट फिलिप सिडनी और प्रिंस आर्थर कौन सी ओवरऑल हीरो सीगा जी वो तो ठीक है तो फिलिप सिडनी नूं इन्हें जिहड़ा हैगा शैफर्ड्स कैलेंडर एस ते शैफर्ड्स एस ते सिडनी ध्यान रखियो विच ऑफ द फॉलोइंग पोएम्स ऑफ स्पेंसर इज पास्टोरल हेठ लिखियां जो केड़ी पास्टोरल पोएम है जी देखो इत्थे ना एक चीज़ नोट करने वाली है कि हाँ आप देखते हैं एस्ट्रोफिल एपिथलेमियन द शैफर्ड्स कैलेंडर एमारिटी एस्ट्रोफिल की है जी एस्ट्रोफिल तो फिलिप सिडनी की डैथ से जोड़ा है LG एक्ट लिखी हुई तो पास्टोरल तो हो नहीं सकती देखो है ना एपिथलेमियन की है जी ये हैगा प्रोथलेमियन तो एपिथलेमियन की हैगा जी स्पेंसर तो वो जी विलवड सी एलिजाबैथ बॉयली उन्होंने दोवां दे वैडिंग हैमन सी उहदे विच है ना विआह दे जिहड़े गीत कह सकते हैं आप
फिर आ गई शैफर्ड्स कैलेंडर, ये की सी पास्टोरल पोएम सीगी जी। उस तो बाद आ गया अमॉरिटी, कंपैरिजन करते हैं आप अमॉरिटी। अमॉरिटी की सीगी जी, अमॉरिटी प्रोथलैमियन तो एपिथलैमियन का मिक्सचर सी, ਜਾਂ ਸੋਨੇਟ ਸੀਰੀਜ਼ ਕਹਿ ਸਕਦੇ ਆਪਾਂ ਇਹਨੂੰ। ਤਾਂ ਜਦੋਂ ਸੋਨੇਟ ਸੀਰੀਜ਼ ਸੀ ਤਾਂ ਪਾਸਟੋਰਲ ਤਾਂ ਨਹੀਂ ਸੀਗੀ ਇਹ। ਤਾਂ ਇਹਦਾ ਰਾਈਟ ਆਨਸਰ ਤਾਂ ਹੈਗਾ ਸ਼ੈਫਰਡਸ ਕੈਲੰਡਰ। ਬਟ ਦ ਥਿੰਗ ਇਜ਼ ਜਦੋਂ ਮੈਂ ਕੁਐਸਚਨ ਫਰੇਮ ਕਰ ਰਿਹਾ ਸੀ ਤਾਂ ਇੱਥੇ ਗਲਤੀ ਨਾਲ ਮੈਂ ਆਨਸਰ ਜਿਹੜਾ ਹੈਗਾ ਅਮੋਰਿਟੀ ਟਿਕ ਕਰ ਬੈਠਾ, ਤੇ ਹੁਣ ਆਨਸਰ ਵੀ ਅਮੋਰਿਟੀ ਹੀ ਦਿਖਾਉਣਾ ਇਹਨੇ, ਪਰ ਆਪਾਂ ਰਾਈਟ ਆਨਸਰ ਇਜ਼ ਦ ਸ਼ੈਫਰਡਸ ਕੈਲੰਡਰ, ਆਪਾਂ ਇਹ ਵਾਲਾ ਕਰਨਾ। ਠੀਕ ਹੈ ਜੀ, ਦੇਖੋ ਰਾਈਟ ਆਨਸਰ ਇਜ਼ ਸ਼ੈਫਰਡਸ ਕੈਲੰਡਰ, ਇਹ ਵਾਲਾ ਨੋਟ ਕਰ ਲਿਓ ਜੀ। ਇਹ ਗਲਤ ਆ, ਇਹ 'ਚ ਆਨਸਰ ਜਿਹੜਾ ਟਿਕ ਲੱਗਿਆ ਹੋਇਆ, ਤਾਂ ਅਮੋਰਿਟੀ ਦਾ ਆਨਸਰ ਨਹੀਂ ਹੈਗਾ, ਦ ਸ਼ੈਫਰਡਸ ਕੈਲੰਡਰ ਇਜ਼ ਦ ਰਾਈਟ ਆਨਸਰ। ਇਹ ਗਲਤੀ ਹੋ ਗਈ ਆ, ਸੌਰੀ ਫॉर द मिस्टेक। नेक्स्ट वन इज व्हाई डिड स्पेंसर give the title Astrophil to his elegy written on the death of Sidney। सिडनी की डेथ ते एक जी एलजी लिखी सी स्पेंसर ने एस्ट्रोफिल, उन्होंने एस्ट्रोफिल नाम ही क्यों दिता है ना, बिकॉज एस्ट्रोफिल इज़ पोइटिकल नेम, बिकॉज सिडनी रोट अ सोनेट सीरीज अंडर द टाइटल एस्ट्रोफिल एंड स्टेला, बिकॉज एस्ट्रोफिल वॉज द क्रिश्चियन नेम ऑफ सिडनी, because Sydney loved Stella under the name of Astrophil। No, second second option is right, because Sydney wrote a sonnet series under the title of Astrophil and Stella। इत्थों इन्हें Astrophil चक लिया। ठीक है जी, right answer is। next one is how many just wait for a while। how many ethical virtues have been highlighted by Spencer in the Fairy Queen? in the Fairy Queen ਕਿੰਨੀਆਂ ethical virtues ਨੂੰ highlight ਕੀਤਾ ਗਿਆ? 12 ਵੀ ज़्यादा ਤੁਹਾਨੂੰ मैं ਪਹਿਲਾਂ ਵੀ ਕਹਿ ਚੁੱਕਿਆ। ਫੇਰੀ ਕੁਈਨ ਦੇ ਵਿੱਚ ਪ੍ਰਿੰਸ ਆਰਥਰ ਇਨ ਦ ਫੇਰੀ ਕੁਈਨ ਸਿੰਬੋਲਾਈਜ਼ਸ, ਜਿਹੜਾ ਪ੍ਰਿੰਸ ਆਰਥਰ ਹੈਗਾ ਉਹ ਕਿਹਨੂੰ ਸਿੰਬੋਲਾਈਜ਼ ਕਰਦਾ? ਦੇਖੋ ਇਹਦੇ ਵਿੱਚ ਨਾਈਟਸ ਦਿਖਾਏ ਹੋਏ ਆ ਅਲੱਗ-ਅਲੱਗ, ਤਾਂ ਉਹ ਵੱਖ-ਵੱਖ ਚੀਜ਼ਾਂ ਨੂੰ ਰੀਪ੍ਰਜੈਂਟ ਕਰਦੇ ਆ, ਸਿਗਨੀਫਾਈ ਕਰਦੇ ਆ। ਤਾਂ ਜਿਹੜਾ ਪ੍ਰਿੰਸ ਆਰਥਰ ਜਿਹੜਾ ਰਾਜਾ ਹੈਗਾ ਉਹ ਕਿਹਨੂੰ ਸਿਗਨੀਫਾਈ ਕਰਦਾ? ਟਰੁੱਥ ਨੂੰ ਕਰਦਾ ਜੀ, ਮੈਗਨੀਫੀਸੈਂਸ ਨੂੰ ਕਰਦਾ, ਨਾਈਟਹੁੱਡ ਨੂੰ ਕਰਦਾ, ਜਾਂ ਮਰਸੀ ਨੂੰ ਕਰਦਾ? ਦੇਖੋ ਰਾਈਟ ਆਨਸਰ ਇਜ਼ ਮੈਗਨੀਫੀਸੈਂਸ। ਨੈਕਸਟ ਕੁਐਸਚਨ ਪ੍ਰੋਥਲੈਮੀਅਨ ਇਜ਼, ਉਹੀ ਗੱਲ ਆ ਗਈ ਫਿਰ ਲਵ ਵਾਲੀ ਹੈ ਨਾ। ਕੀ ਹੈ ਇਹ? ਕਹਿੰਦਾ ਆ ਸਪਾਊਜ਼ਲ ਸੌਂਗ ਇਨ ਔਨਰ ਆਫ ਅ ਮੈਰਿਜ, ਆ ਸੌਂਗ ਟੂ ਬੀ ਸੰਗ ਐਟ ਫਿਨਰਲ। ਇਹ ਦੇਖੋ ਵਿਆਹ ਦੀ ਗੱਲ ਆ, ਤੇ ਫਨਰਲ ਤਾਂ ਨਹੀਂ ਹੈਗਾ ਸੰਸਕਾਰ ਵਾਲਾ ਪ੍ਰੋਗਰਾਮ। ਤਾਂ ਅ ਸੌਂਗ ਟੂ ਬੀ ਸੰਗ ਐਟ ਦ ਡਿਪਾਰਚਰ ਟੂ ਦ ਵॉर, ਨਹੀਂ ਵॉर ਵਾਲੀ ਤਾਂ ਕੋਈ ਸਥਿਤੀ ਨਹੀਂ ਇੱਦਾਂ ਦੀ ਜੀ ਪਿਆਰ ਦੇ ਵਿੱਚ। ਅ ਸੌਂਗ ਟੂ ਬੀ ਸੰਗ ਐਟ ਦ ਚਾਈਲਡਸ ਬਰਥ ਇਨ ਰਾਇਲ ਫੈਮਿਲੀ, ਇੱਦਾਂ ਦਾ ਵੀ ਕੋਈ ਸਿਸਟਮ ਨਹੀਂ ਹੈਗਾ। ਤਾਂ ਆ ਸਪਾਊਜ਼ਲ ਸੌਂਗ ਇਨ ਔਨਰ ਆਫ ਅ ਮੈਰਿਜ। ठीक है जी। नेक्स्ट एडमंड स्पेंसर्स फादर वॉज एडमंड जॉन एडमंड जॉन स्पेंसर एडमंड वर्के, जॉन स्पेंसर जी। एपिथलेमियन इज अ लिरिक इन पेट्रेचन फॉर्म, अ डिर्ज इन द ग्रीक फॉर्म, अ सॉन्ग टू बी sung in the festival, a nuptial hymn modeled upon the Catulian form influenced by the Italian or प्रोवेंकल कैनजोन, जो भी है। तो ये वाला आंसर है जिहड़ा हैगा राइट आंसर है जी। नैक्सट जिहड़ा एक फ्रेज इन्होंने दिता होया, इनू आपां चैक करांगे जी। आई एम एंड्यूड विद सच क्वालिटीज़ that if I were turned out of the realm in my petticoat, I were able to live in any place in Christendom। Who made this statement?
किन्ने स्टेटमेंट जिहड़ी हैगी कई, ठीक है जी। तो राइट आंसर इज देखो ऑप्शंस ने क्वीन एनी, स्पेंसर्स वाइफ एलिजाबेथ बॉयली, मैरी क्वीन ऑफ स्कॉट्स, क्वीन एलिजाबेथ। क्वीन एलिजाबेथ इज द राइट आंसर। नेक्स्ट क्वेश्चन, in which book did Spenser use the Spenserian stanza? पहला भी क्वेश्चन आ गया जी, इट इज़ रिपीटेड अगेन। तो स्पेंजेरियन स्टैंजा जिहड़ा हैगा इन्हें यूज़ किया जी फेरी क्वीन दे विच, बिना सोचे समझे आपां टिक लगा दो, दैट्स इट। तो नैक्सट क्वेश्चन, हाउ मैनी कैंटोज आर देयर इन बुक 1 ऑफ द फेरी क्वीन? दोबारा क्वेश्चन आ गया जी, पहली बुक दे विच किन्ने कैंटोज ने? देयर आर 12 कैंटोज, ठीक है जी। नैक्सट क्वेश्चन, in the fairy queen what is significant about Britomart's character? देखो पहला किंग आर्थर ਦਾ ਸੀਗਾ ਬ੍ਰਿਟੋਮਾਰਟ, ਜਿੱਦਾਂ ਕਿ ਨਾਈਟਸ ਦੀ ਗੱਲ ਕੀਤੀ ਗਈ ਆ ਫੇਰੀ ਕੁਈਨ ਦੇ ਵਿੱਚ। ਬ੍ਰਿਟੋਮਾਰਟ ਦਾ ਇੱਕ ਕਰੈਕਟਰ ਹੈਗਾ, ਡੋਏਸਾ ਦਾ ਇੱਕ ਕਰੈਕਟਰ ਹੈਗਾ, ਗਿਓਨ ਦਾ ਹੈਗਾ, ਸਰ ਗਿਓਨ ਦਾ। ਤਾਂ ਆਪਾਂ ਵੇਖਾਂਗੇ ਕਿਹਨੂੰ ਕਿਹਨੂੰ ਰੀਪ੍ਰਜੈਂਟ ਕਰਦੇ ਆ। ਜਿੱਦਾਂ ਕਿ ਕਿੰਗ ਆਰਥਰ ਜਿਹੜੇ ਹੈਗੇ ਆ ਉਹ ਰੀਪ੍ਰਜੈਂਟ ਕਰਦੇ ਸੀਗੇ ਜੀ ਮੈਗਨੀਫੀਸੈਂਸ ਨੂੰ। ਤਾਂ ਨਾਓ ਇਟ ਇਜ਼ ਬ੍ਰਿਟੋਮਾਰਟ, बी कैपिटल ਆਪਾਂ लिखना सी भुल गए, कोई गल नहीं, नो प्रॉब्लम। इन द फेयर क्वीन कॉमा वाट इज़ सिग्निफिकेंट अबाउट ब्रिटोमार्ट्स करैक्टर? सिग्निफिकेंट की है जी? देखो हुण ये आपां नूं देखना पऊगा कि फीमेल है जां मेल करैक्टर है ब्रिटोमार्ट, है ना। शी लिखिया सारी जगह तो फीमेल करैक्टर है जी। शी इज़ रेड क्रॉस नाइट angelic compass. She is actually a demonic character with a claw for a foot. She is a strong female knight who represent the virtues of chastity. She is traditional lady, a damsel in distress who is ready to love article. No. The third one is the right answer. She is a strong female knight who represents the virtue of chastity. Very good. Next question, which royal dynasty Edmund Spenser celebrates in his epic poem The Fairy Queen? Fairy Queen ਦੇ ਵਿੱਚ ਕਿਹੜੀ ਇੱਕ ਡਾਇਨੈਸਟੀ, ਰਾਇਲ ਡਾਇਨੈਸਟੀ, ਡਾਇਨੈਸਟੀ ਤੁਸੀਂ ਸਮਝਦੇ ਹੋਵੋਗੇ ਰਾਜ ਭਾਗ ਕਹਿ ਸਕਦੇ ਹਾਂ ਜਾਂ ਕਿਹੜਾ, ਮਤਲਬ ਪੰਜਾਬੀ 'ਚ ਤਾਂ ਨਹੀਂ ਮੈਨੂੰ ਯਾਦ ਹੈਗਾ ਪ੍ਰੋਪਰ ਕੀ ਕਹਾਂਗੇ ਇਹਨੂੰ। ਤਾਂ ਸੈਲੀਬ੍ਰੇਟ ਕਿਹਨੂੰ ਕੀਤਾ ਉਹਨੇ ਆਪਣੀ ਐਪਿਕ ਪੋਇਮ ਦਾ ਫੇਰੀ ਕੁਈਨ ਦੇ ਵਿੱਚ? ਹਾਂ, ਕੁਈਨ ਐਲਿਜ਼ਾਬੈਥ ਤਾਂ ਸੀਗੀ, ਹੈ ਨਾ। ਤਾਂ ਇਹ 'ਚ ਕੋਈ ਸ਼ੱਕ ਨਹੀਂ। ਤਾਂ ਡਾਇਨੈਸਟੀ ਕਿਹੜੀ ਚੱਲ ਰਹੀ ਸੀ ਉਦੋਂ? ਸਟੂਅਰਟ ਡਾਇਨੈਸਟੀ, ਟਿਊਡੋਰ। ਦੇਖੋ ਜੀ ਇੱਥੇ ਫਿਰ ਸਪੈਲਿੰਗ ਦੀ ਮਿਸਟੇਕ ਹੋ ਗਈ ਹੈ, TUDOR ਹੋਊਗਾ ਇੱਥੇ, ਠੀਕ ਹੈ, ਟੀ ਨਹੀਂ ਪਊਗਾ ਸੈਂਟਰ ਵਾਲਾ, TUDOR, ਟਿਊਡੋਰ ਡਾਇਨੈਸਟੀ। ਇਹ ਹੈਗਾ ਜੀ ਪਲੈਂਟਾਗੇਨੈਟ, ਨਨ ਆਫ ਦੀ ਅਬਵ। ਤਾਂ ਸਿੰਪਲ ਜੀ ਗੱਲ ਹੈ ਜੀ, TUDOR, ਟਿਊਡਰ ਡਾਇਨੈਸਟੀ, ठीक है जी, ये आंसर है। नैक्सट, वॉट विरच्यू डिड सर गियोन रीप्रजेंट इन द फेरी क्वीन? सर गियोन ने जिहड़े अपने ये किहड़ी जिहड़ी विरच्यू नूं रीप्रजेंट करते हैं? चैस्टिटी नूं, वो तो ब्रिटोमार्ट वाली सीगी, ठीक है जी। टैंपरेंस नूं करते हैं जी ये, ठीक है, राइट आंसर इज टैंपरेंस। नैक्सट क्वेश्चन, who is regarded as the second father of English poetry? पहला फादर कौन सी जी? चौसर सीगा। दूजा फादर किनू कहा जाता? एडमंड स्पेंसर नू कहा जाता भी। नैक्सट क्वेश्चन इज, in 1580 through Leicester's influence Spenser was made secretary to? ਲੀਸੈਸਟਰ ਦੇ ਪ੍ਰਭਾਵ ਦੇ ਅਧੀਨ ਸਪੈਂਸਰ ਨੂੰ ਸੈਕਟਰੀ ਬਣਾਇਆ ਜਾਂਦਾ, ਕਿਹਦਾ? ਲਾਰਡ ਗ੍ਰੇ ਦਾ, ਸਰ ਰੋਜਰ ਦਾ, ਜੌਨ ਮਿਲਟਨ ਦਾ ਜਾਂ ਚੌਸਰ ਦਾ? ਰਾਈਟ ਆਂਸਰ ਇਜ਼ ਲਾਰਡ ਗ੍ਰੇ। ਨੈਕਸਟ ਕੁਐਸਚਨ, ਡਿਊਰਿੰਗ ਵਿਚ ਵਾਰ ਆਫ ਕੈਸਲ ਆਫ ਐਡਮੰਡ ਸਪੈਂਸਰ ਨੇਮਲੀ ਕਿਲਕॉलमैन was burnt by native Irish forces? दोबारा फिर एक बार क्वेश्चन देखते हैं, ड्यूरिंग विच वॉर, किहड़े वॉर युद्ध दे विच द कैसल ऑफ एडमंड स्पेंसर, कैसल मतलब घर या महल कह सकते हैं, या है ना कुछ भी घर कह सकते हैं, मकान,
कैसल ऑफ एडमंड स्पेंसर ਉਹਦਾ ਘਰ नेमली किल कॉलमैन वॉज बर्नड बाय नेटिव इरिश फोर्सिस नेटिव इरिश फोर्सिस द्वारा जला दिता गया सी ਉਹ है ना ਮੰਨਿਆ ਜਾਂਦਾ ਤਾਂ ਕਈ ਜਗ੍ਹਾ ਇਹ ਵੀ ਮੰਨਿਆ ਜਾਂਦਾ ਕਿ ਬਿਜਲੀ ਗਿਰ ਗਈ ਸੀ ਥੰਡਰ ਹੈ ਨਾ ਤਾਂ ਉਸ ਕਰਕੇ ਨਹੀਂ ਉਦੋਂ ਜ਼ਰੂਰ ਜਲਾਇਆ ਗਿਆ ਸੀ ਸੌਰੀ ਆਮ ਰੋਂਗ ਹੇਅਰ ਉਹ ਜਿਹੜਾ ਥੰਡਰ ਵਾਲਾ ਸੀਨ ਹੋਇਆ ਉਹ ਬਾਅਦ 'ਚ ਹੋਇਆ ਉਹ ਖਰਾਬ ਹੋ ਗਿਆ ਸੀ ਘਰ ਬਿਜਲੀ ਗਿਰਨ ਕਰਕੇ ਅਤੇ ਉਸ ਤੋਂ ਬਾਅਦ ਉਹਨੂੰ ਫਿਰ ਦੁਬਾਰਾ ਹੁਣ ਰੈਨੋਵੇਟ ਕਰ ਦਿੱਤਾ ਗਿਆ ਤਾਂ ਡਿਊਰਿੰਗ ਵਿਚ ਵਾਰ ਆਫ ਕੈਸਲ ਡਿਊਰਿੰਗ ਵਿਚ ਵਾਰ the castle of Edmund Spencer namely Kilcolman was burnt by native Irish forces ਕਿਹੜੇ ਵਾਰ ਦੇ ਦਰਮਿਆਨ ਉਹਨੂੰ ਜਲਾ ਦਿੱਤਾ ਗਿਆ ਸੀ ਹੈ ਨਾ 7 years war 8 years war 10 years war ਦੇਖੋ 8 years war ਤਾਂ ਕੋਈ ਹੋਇਆ ਹੀ ਨਹੀਂ ਉੱਥੇ 10 years war ਵੀ ਕੋਈ ਨਹੀਂ ਹੋਇਆ 7 year wars ਜ਼ਰੂਰ ਹੋਇਆ ਉੱਥੇ ਅਤੇ 9 years war ਵੀ ਹੋਇਆ ਇਹਦੇ ਵਿੱਚੋਂ ਇੱਕ ਆਪਸ਼ਨ ਆ 9 years war ਇਹ ਇਹਦਾ ਰਾਈਟ ਆਨਸਰ ਆ ਜੀ ਇੱਕ ਗੱਲ ਹੋਰ ਕਿਲਕੋਲਮੈਨ ਜਿਹੜਾ ਕੈਸਲ ਆ ਉਹ ਇਹਨੂੰ ਗਿਫਟ ਕੀਤਾ ਸੀ ਕਿਹਨੇ ਕੀਤਾ ਸੀ ਜੀ ਗਿਫਟ ਐਡਮੰਡ ਸਪੈਂਸਰ ਨੂੰ ਇਹਨੇ ਕਿਹਦੇ ਲਈ ਫੇਰ ਹੀ ਕੁਈਨ ਡੈਡੀਕੇਟ ਕੀਤੀ ਸੀ ਐਲਿਜ਼ਾਬੈਥ ਜਿਹੜੀ ਆਪਣੀ ਰਾਣੀ ਸੀਗੀ ਕਿਆ ਕਹਿੰਦੇ ਨੇ ਕੁਈਨ ਐਲਿਜ਼ਾਬੈਥ ਉਹਦੇ ਲਈ ਉਹਨੇ ਇਹਨੂੰ ਕਿਲਕਲਮੈਨ ਜਿਹੜਾ ਕੈਸਲ ਸੀ ਗਿਫਟ ਕੀਤਾ ਸੀ ਠੀਕ ਹੈ ਇਹ ਵੀ ਧਿਆਨ ਰੱਖਣ ਵਾਲੀ ਗੱਲ ਆ ਇਨ ਵਿਚ ਵਰਕ ਐਡਮੰਡ ਸਪੈਂਸਰਸ in which work of Edmund Spenser the ape and the fox serve to styrize the customs of the court ape ਤੇ fox ਨੂੰ ਵਰਤਿਆ ਜਾਂਦਾ ਕੋਰਟ ਦੇ ਕਸਟਮ ਨੂੰ ਸਟਾਇਰਾਈਜ਼ ਕਰਨ ਵਾਸਤੇ ਕਿਹੜੇ ਕੰਮ ਦੇ ਵਿੱਚ ਹੈ ਨਾ ਰੂਇਨਸ ਆਫ ਰੋਮ ਪ੍ਰੋਸੋਪੋਪੀਆ ਔਰ ਮਦਰ ਹਬਰਡਸ ਟੇਲ म्यूपोटोमस और फेट ऑफ बटरफ्ली नैक्सट जी ऑप्शन आ लास्ट द टीयर्स ऑफ द म्यूजिज तो ये राइट आंसर किहड़ा होना चाहिए जी मदर हबर्ड्स टेल ये हैगा ना मतलब पास्टोरल नहीं सॉरी पास्टोरल सीगी शैफर्ड्स कैलेंडर वो सी पास्टोरल मदर हबर्ड्स टेल जी हैगी आ स्टायर ही है एक तरह का यदा दूजा नवा प्रोसोपोपीआ है ना ये किया गया जी नैक्सट अमोरैटी इज़ अ कलैक्शन ऑफ 84 ने ये की ने जी सॉन्ग्स एंड लिरिक्स ने या ओड्स ने या सोनेट्स ने या एलजी है नहीं देखो ओड्स है नहीं सॉन्ग्स एंड लिरिक्स भी है नहीं सोनेट्स ने जी ठीक है गुड what do we calling the guiding narrative technique of Spenser's narrative in the Fairy Queen ਦੇ ਵਿੱਚ ਟੈਕਨੀਕ ਉਹਨੇ ਜਿਹੜੀ ਵਰਤੀ ਹੈ ਉਹ ਕੀ ਆ ਐਲੈਗਰੀ ਹੈ ਜੀ next under which pseudonym the work the Shepherd's Calendar was published ਠੀਕ ਹੈ ਕਿਹੜੇ ਨਾਮ ਦੇ ਅਧੀਨ ਇਹਨੂੰ Shepherd's Calendar ਨੂੰ ਪਬਲਿਸ਼ ਕੀਤਾ ਗਿਆ एक एमआरटी सी ए नाल ये हैगा जी इमेरिटो आई नाल IMMERITO इमेरिटो ध्यान रखना द शेफर्ड्स कैलेंडर पास्टोरल पोएम आ जिहड़ी इहनूं इमेरिटो दे नाम नाल भी जाणिया जांदा जां इहदे नाम अधीन इहनूं पबलिश किया गया नैक्सट क्वेश्चन फ्रा डूवियो ट्रैवल्स विद होम किहदे नाल ओह ट्रैवल करदा जी ठीक है ये आप देखना रैड क्रॉस नाल ट्रैवल करता इन्ना इंपोर्टेंट क्वेश्चन है नहीं वैसे पर आप कर लें रैड क्रॉस नाल ट्रैवल करता सैंस फोए नाल करता डवार्फ नाल करता या फ्राइलिजा नाल करता आंसर इज फ्राइलिजा नैक्सट हू टर्नड फ्रेडिवियो इनटू अ ट्री हू टर्नड फ्रेडिवियो इनटू अ ट्री च किन्ने बदलता जी उन्होंने है ना बड़ी अजीबो गरीब कहानी है तो किन्ने बदलिया जी उन्होंने फ्राइलिजा इन द डिसग्यूज ऑफ डोइसा इन द डिसग्यूज ऑफ फ्राइलिसा एन अननोन विच नन ऑफ द अबव नहीं जी नन ऑफ द अबव तो नहीं हो सकता सेकेंड इज द राइट आंसर डोइसा इन द डिसग्यूज ऑफ फ्राइलिसा नैक्सट क्वेश्चन इज फॉर हाउ मैनी मंथ्स प्रिंस आर्थर सर्च फॉर फेरी क्वीन किन्ने महीने प्रिंस आर्थर ने फेरी क्वीन नूं जिहड़ा हैगा सर्च किया 8 मंथ 9 मंथ 10 मंथ्स 11 मंथ्स
राइट आंसर इज 9 months। हु इज़ द चर्च रॉबर, चर्च रॉबर कौन है ना, किर्करेफाइन इज द राइट आंसर, चर्च रॉबर है जी। द कलैक्टर रैड क्रॉस सिग्नीफाइज, रैड क्रॉस जो नाइट आ किनू सिग्नीफाई करता, होलीनैस नूं। ये ध्यान रखनी है जी सारियां गल्लां है ना। देखो होली दे विच की हुंदा, जे रट्टा लगाउणा होवे भुल जांदा ना बंदा, रंग हुंदे आ रैड ग्रीन है ना, इदां दे अलग अलग होली इदां रंगां दा तिहार आ, तां रैड रंग हो गया एक, होली दे विच रैड क्रॉस, इदां तुसीं इहनूं मतलब जोड़ सकदे हो। विच बुक ऑफ फेरी क्वीन डिड शेक्सपीयर यूज्ड एज अ सोर्स फॉर हिज किंग लीयर, फेरी क्वीन दी किहड़ी बुक आ डिड शेक्सपीयर जिन्हों शेक्सपीयर ने यूज़ किया एज द सोर्स ऑफ किंग लीयर। ਇਹਦਾ आंसर देखते हैं जी, तुसी सोचो किहड़ी हो सकती है, किहड़ी बुक हो सकती है, बुक सैकेंड। ठीक है जी। उस तो बाद विच नाइट डज रैड क्रॉस किल, विच नाइट डज रैड क्रॉस किल, आंसर इज सैंस जॉय, सैंस फॉय, सैंस बॉय, सैंज लॉय। देखो जी ऑप्शनस मैं अपने को ही पाइया जानबूझ के, आह वाला सही है ये, फॉय FOY है जिहदे पिछे है ना, जॉय बॉय लॉय कुछ नहीं हैगा, फॉय सैंस फॉय। इन विच एक्लॉग ऑफ शेफर्ड्स कैलेंडर डज स्पेंसर प्रेज क्वीन एलिजाबैथ I, किहड़े एक्लॉग दे विच ਉਹਦੀ प्रेज करता। देखो 12 मंथ उन्हें कहा कि 12 महीने होंगे, तो अप्रैल वाला जो मंथ आ उस एक्लॉग आ जा कह सकते हैं अप्रैल के प्रेज करता। द वर्स फॉर्म ऑफ बायरनस चाइल्ड हारोल्ड, वर्स फॉर्म है जी बायरन, लॉर्ड बायरन का वर्क आ चाइल्ड हारोल्ड, वो वर्स फॉर्म आ वाज इनफ्लुएंस्ड बाय, कितों इनफ्लुएंस्ड सी जी, सोचो, सोचने की लोड़ ही नहीं, एडमंड स्पेंसर, उत्थे सोचने की लोड़ पऊ, पर जो क्वेश्चन मिक्सअप हो गए सारे। द 2 कैंटोज फ्रॉम द 7th बुक ऑफ द फेरी क्वीन अपीयर्ड पोस्ट्यूमसली, दे आर नोन एज, 2 कैंटो जोड़े है 7th बुक दे फेरी क्वीन दे अपीयर्ड पोस्ट्यूमसली, मतलब जिवें आपां पहले गल कर चुके हैं ना कि 6 किताबां छप गई सी, 7वीं अद्धी लिखती सी है ना, तो पोस्ट्यूमसली मतलब मौत तो बाद, दे आर नोन एज, किहड़े कैंटो कहा जाता उन्होंने, म्यूटिबिलिटी कैंटोज, म्यूटाबिलिटी कैंटोज, फ्रेंडशिप कैंटोज, जस्टिस कैंटोज, कर्टसी कैंटोज। राइट आंसर इज म्यूटाबिलिटी कैंटोज। नैक्सट, हाउ मैनी लाइन्स आर देयर इन एपीथलेमियन, एपीथलेमियन दे विच कितनियां लाइन्स ने, एपीथलेमियन की है जी, उन्होंने जिहड़ा हैगा विआह दे सॉन्ग ने, वो 430, 430, 431, 432, 433, तो 433 इज़ द राइट आंसर। एपीथलेमियन दे विच कितनियां लाइन्स ने, 433, 433। हू वाज द लव ऑफ कॉलिन क्लाउट इन शेफर्ड्स कैलेंडर, शेफर्ड्स कैलेंडर दे विच कॉलिन क्लाउट दा जिहड़ा हैगा लव कौन है जी, ग्लोरियाना, एलिजा, मारिया, रोजालिंड। राइट आंसर इज रोजालिंड। ग्लोरियाना कौन आ, वो तो एक फेरी क्वीन दे विच ये है जी कि जिहड़ी एलिजाबैथ हैगी आ राणी क्वीन एलिजाबैथ, उन्होंने एलैगराइज किया गया थ्रू द करैक्टर ऑफ ग्लोरियाना, वो च ना उलझे तुसीं है ना। तो शेफर्ड्स कैलेंडर दे विच कॉलिन क्लाउट दा लव हैगा जिहड़ा वो रोजालिंड है जी। ठीक है, तो एक गल होर, कॉलिन क्लाउट कम होम अगेन है जिहड़ी ऑटोबायोग्राफिकल पोएम भी है दी, ये गल का ध्यान रखियो, कि एडमंड स्पेंसर दी बाई जी। नैक्सट, अ लैटर एडिड एज अ प्रीफेस टू द फेरी क्वीन इज़ एड्रैसड टू होम, जिहड़ा लैटर लिखा गया उन किनू मतलब एड्रैसड सी, क्वेश्चन उही है जी, देखो घुमा के इन्हें कहता, पहला तो कहता कंप्लीमेंटरी लैटर किनू लिखिया, हुण ये कहता एक लैटर लिखिया प्रीफेस के तौर पर फेरी क्वीन दे विच एड्रैस टू होम, किनू एड्रैसड आ उही है जी, उलझ ना जाओ, सर वॉल्टर रॉली। नैक्सट क्वेश्चन, एडमंड स्पेंसर इज़ ऑल्सो कॉल्ड, की कहा जाता जी, मास्टर क्राफ्ट्समैन ऑफ रेनेसां कहा जाता जी, पता ही है, प्रिंस ऑफ पोएट्स इन हिज टाइम, पोएट्स पोएट कहा जाता सी, प्रिंस ऑफ पोएट्स इक्को गल आ,
ਨੈਕਸਟ ਹੈਗਾ ਮਿਊਲਾਜ਼ ਵਾਰਡ, ਇਹ ਨਹੀਂ ਮੈਨੂੰ ਪਤਾ, ਦੇਖੋ ਸਾਫ ਜੀ ਗੱਲ ਆ, ਪਰ ਜਦੋਂ ਆ ਦੋ ਚੀਜ਼ਾਂ ਕਿਹਾ ਕਈਆਂ ਗਈਆਂ ਨਾ, ਤੀਜਾ ਆਪਸ਼ਨ ਇਹ ਆ ਅਤੇ ਚੌਥਾ ਹੈਗਾ ਆਲ ਆਫ ਦੀ ਅਬਵ, ਸਿੰਪਲ ਜੀ ਗੱਲ ਆ, ਫਿਰ ਤਾਂ ਕਿਹਾ ਹੀ ਜਾਊਗਾ ਜੀ ਆਲ ਆਫ ਦੀ ਅਬਵ ਆਨਸਰ। ਹੂ ਕਾਲਡ ਸਪੈਂਜ਼ਰ ਐਜ਼ ਦਾ ਚਾਈਲਡ ਆਫ ਰੈਨੇਸਾਂ ਐਂਡ ਰੀਫਾਰਮੇਸ਼ਨ, ਕਿਹਨੇ ਕਿਹਾ? ਫਰਾਂਸਿਸ ਬੇਕਨ ਨੇ ਕਿਹਾ ਜੀ, ਚਾਰਲਸ ਲੈਂਬ ਨੇ ਕਿਹਾ, ਮੈਥਿਊ ਅਰਨੋਲਡ ਨੇ ਕਿਹਾ। ਦੇਖੋ ਬੇਕਨ ਦਾ ਤਾਂ ਨਹੀਂ ਹੋ ਸਕਦਾ ਇਹ, ਮੈਥਿਊ ਅਰਨਾਲਡ ਵੀ ਨਹੀਂ, ਚਾਰਲਸ ਲੈਂਬ ਵਿਚਾਰਾ ਥੋੜ੍ਹੀ ਕਹੀ ਜਾਊ ਹਰ ਗੱਲ, ਹੈ ਨਾ। ਤਾਂ ਰਿਕੇਟਸ ਨੇ ਕਿਹਾ, ਰਿਕੇਟਸ ਇਜ਼ ਦਾ ਰਾਈਟ ਆਨਸਰ। ਇਹ ਜ਼ਰੂਰ ਯਾਦ ਕਰ ਲਿਓ, ਬੜਾ ਇੰਪੋਰਟੈਂਟ ਕੁਐਸਚਨ ਆ। ਚਾਈਲਡ ਆਫ ਰੈਨੇਸਾਂ ਐਂਡ ਰੈਫਰਮੇਸ਼ਨ ਕਿਹਨੇ ਕਿਹਾ? ਸਪੈਂਜ਼ਰ ਨੂੰ, ਰਿਕੇਟਸ ਨੇ ਕਿਹਾ ਜੀ। ਨੈਕਸਟ ਕੁਐਸਚਨ, ਐਡਮੰਡ ਸਪੈਂਸਰ ਇਜ਼ ਕਾਲਡ ਪੋਇਟਿਕ ਸਨ ਆਫ ਚੌਸਰ, ਚੌਸਰ ਦਾ ਮੁਰੀਦ ਸੀਗਾ ਬੰਦਾ, ਕਿਹਾ ਹਾਂਜੀ। ਦ ਸਨਰਾਈਜ਼ ਆਫ ਇੰਗਲਿਸ਼ ਪੋਇਟਰੀ, ਬਿਲਕੁਲ ਜੀ। ਸੈਕਿੰਡ ਫਾਦਰ ਆਫ ਇੰਗਲਿਸ਼ ਪੋਇਟਰੀ, ਬਿਲਕੁਲ। ਪਹਿਲਾ ਫਾਦਰ ਕੌਣ ਸੀ? ਚੌਸਰ ਸੀਗਾ ਜੀ, ਇਸ ਕਰਕੇ ਆਲ ਆਫ ਦੀ ਅਬਵ। ਨੈਕਸਟ ਕੁਐਸਚਨ, ਐਲਿਜ਼ਾਬੈਥ, ਕੁਈਨ ਐਲਿਜ਼ਾਬੈਥ ਪ੍ਰੈਜੈਂਟਡ ਸਪੈਂਜ਼ਰ, ਸਪੈਂਜ਼ਰ ਨੂੰ ਕੀ ਪ੍ਰੈਜੈਂਟ ਕੀਤਾ? ਉੱਪਰ ਆਪਾਂ ਆਪਸ਼ਨ ਪੜ੍ਹ ਕੇ ਹਟੇ ਹਾਂ। ਕਿਲਕੋਲਮੈਨ ਕੈਸਲ, ਰਾਇਲ ਪੈਲੇਸ, ਵੈਸਟਵੁੱਡ ਸਟੇਟ, ਨਨ ਆਫ ਦੀਜ਼। ਕਿਲਕੋਲਮੈਨ ਕੈਸਲ, ਇਹਨੇ ਤੇ ਤੋਹਫਾ ਦਿੱਤਾ ਸੀ ਇਹਨੂੰ। ਸਪੈਂਜ਼ਰ ਰੋਟ ਐਨ ਐਲਜੀ ਔਨ ਦ ਡੈਥ ਆਫ ਡਗਲਸ ਹਾਵਰਡ, ਦੇਖੋ ਡੀ ਫੋਰ ਡਗਲਸ, ਡੀ ਫੋਰ ਡੈਫਨਾਈਡਾ, DAPHNAIDA ਡੈਫਨਾਈਡਾ, ਡੀ ਫੋਰ ਡਗਲਸ, ਡੀ ਫੋਰ ਡੈਫਨਾਈਡਾ। ਤਾਂ ਡੈਥ 'ਤੇ ਡਗਲਸ ਹਾਵਰਡ ਦੀ ਡੈਥ 'ਤੇ ਡੈਫਨਾਈਡਾ ਲਿਖੀ ਸੀ ਇਹਨੇ, ਠੀਕ ਹੈ ਜੀ। ਸੋ ਇਟ ਇਜ਼ ਦਾ ਰਾਈਟ ਆਨਸਰ। ਤਾਂ ਨੈਕਸਟ ਹੈਗਾ ਜੀ, ਹੂ ਸੈਡ ਸਪੈਂਜ਼ਰ ਡਾਈਡ ਆਫ ਦਾ ਵਾਂਟ ਆਫ ਬ੍ਰੈਡ, ਕਿ ਭੁੱਖ ਦੇ ਵਿੱਚ, ਭੁੱਖਮਰੀ ਦੇ ਵਿੱਚ ਮਰ ਗਿਆ। ਇਹ ਗੱਲ ਕਿਹੜੇ ਬੰਦੇ ਨੇ ਕਹੀ ਹੈ ਨਾ? ਦੇਖੋ ਜੀ, ਇੱਕ ਫਸਟ ਵਨ ਇਜ਼ ਡਾਕਟਰ ਜੌਨਸਨ, ਸੈਕਿੰਡ ਵਨ ਇਜ਼ ਬੈਨ ਜੌਨਸਨ, ਥਰਡ ਆਪਸ਼ਨ ਅਲੈਗਜ਼ੈਂਡਰ ਪੋਪ, ਫੋਰਥ ਆਪਸ਼ਨ ਜੌਨ ਮਿਲਟਨ। ਕਿਹਨੇ ਕਿਹਾ ਜੀ? ਡਾਕਟਰ ਜੌਨਸਨ ਅਤੇ ਬੈਨ ਜੌਨਸਨ, 50-50 ਆਪਾਂ ਦੇ ਦਿੰਦੇ ਆਪਸ਼ਨ ਤੁਹਾਨੂੰ, ਇਹਨਾਂ ਦੋਨਾਂ 'ਚੋਂ ਕਿਹਾ। ਸੋਚੋ ਜੀ ਕਿਹਨੇ ਕਿਹਾ ਹੋਊਗਾ ਦਿਮਾਗ 'ਚ, ਕਿਉਂਕਿ ਇਹਦੇ ਨਾਲ ਦੇਖੋ ਮੈਂ ਤਾਂ ਕਹਿ ਰਿਹਾ ਤੁਹਾਨੂੰ ਬੜਾ ਛੇਤੀ ਯਾਦ ਹੋਊਗਾ ਅਤੇ ਪੱਕਾ ਜਿਹੜਾ ਹੈਗਾ ਦਿਮਾਗ 'ਚ ਫਿੱਟ ਹੋ ਜਾਊਗਾ ਤੁਹਾਡੇ। ਗਰੀਬੀ 'ਚ ਹੀ ਮਰ ਗਿਆ, ਵਾਂਟ ਆਫ ਬ੍ਰੈਡ, ਰੋਟੀ ਦੇ ਲਾਲੇ ਪੈ ਗਏ ਜਿਵੇਂ ਆਪਾਂ ਕਹਿ ਦਿੰਦੇ ਹਾਂ, ਹੈ ਨਾ। ਤਾਂ ਇਹ ਗੱਲ ਦੇਖੋ ਕਹੀ ਜੀ ਬੈਨ ਜੌਨਸਨ ਸਾਹਿਬ ਨੇ। ਇੱਕ ਦੋ ਜਿਹੜੀਆਂ ਗੱਲਾਂ ਕਹੀਆਂ ਬੈਨ ਜੌਨਸਨ ਨਾਲ ਰਿਲੇਟਡ ਨੇ ਉਹ ਹੀ ਕਹੀਆਂ ਉਹਨੇ, ਡਾਕਟਰ ਜੌਨਸਨ ਨੇ ਕੋਈ ਟਿੱਪਣੀ ਨਹੀਂ ਕੀਤੀ ਇਹਨਾਂ 'ਤੇ ਜ਼ਿਆਦਾ ਕੋਈ ਆਪਣੇ ਸਿਲੇਬਸ ਦੇ ਅਕੋਰਡਿੰਗ। ਹੂ ਸੈਡ ਪ੍ਰੋਥਲੈਮੀਅਨ ਐਜ਼ ਦਾ ਸਵੈਨ ਲਾਈਕ ਮੂਵਮੈਂਟ ਆਫ ਦਾ ਵਰਡਸ, ਪ੍ਰੋਥਲੈਮੀਅਨ ਨੂੰ ਸਵੈਨ ਲਾਈਕ ਵਿਮਨ ਮੂਵਮੈਂਟ ਆਫ ਦਾ ਵਰਡਸ ਕਿਹਾ। ਕਿਹਨੇ ਕਿਹਾ ਜੀ? ਵਰਡਸਵਰਥ ਨੇ ਨਹੀਂ ਕਿਹਾ, ST ਕਾਲਰਿਜ ਨੇ, ਦੇਖ ਲੈਂਦੇ ਹਾਂ। ਲਾਰਡ ਬਾਇਰਨ ਨਹੀਂ ਕਿਹਾ ਜੀ, ਵਿਲੀਅਮ ਵਰਡਸਵਰਥ ਜੋ ਵੀ ਲਿਖਣਾ ਸੀ ਇੱਥੇ ਰਹਿ ਗਿਆ ਉਹਨੇ ਕਿਹਾ, ਨਹੀਂ ਕਿਹਾ ਜੀ। ਤਾਂ ST ਕਾਲਰਿਜ ਨੇ ਕਿਹਾ, ਠੀਕ ਹੈ ਜੀ, ਦੈਟਸ ਗ੍ਰੇਟ। ਕੋਲਿਨ ਕਲਾਊਟ ਰੀਪ੍ਰਜੈਂਟਸ, ਕੋਲਿਨ ਕਲਾਊਟ ਕਿਹਨੂੰ ਰੀਪ੍ਰਜੈਂਟ ਕਰਦਾ ਹੈ? ਵਾਲਟਰ ਰੌਲੀ ਨੂੰ ਕਰਦਾ? ਨਹੀਂ ਜੀ, ਐਡਮੰਡ ਸਪੈਂਜ਼ਰ ਆਪਾਂ ਕਹਿ ਕੇ ਹੀ ਹਟੇ ਹਾਂ ਕਿ ਕੋਲਿਨ ਕਲਾਊਟ ਕਮ ਹੋਮ ਅਗੇਨ ਇਹਦੀ ਆਟੋਬਾਇਓਗ੍ਰਾਫੀਕਲ ਆ, ਤਾਂ ਐਡਮੰਡ ਸਪੈਂਜ਼ਰ ਨੂੰ ਕਰਦਾ, ਠੀਕ ਹੈ ਜੀ। ਨੈਕਸਟ ਕੁਐਸਚਨ, ਇੰਗਲੈਂਡ ਇਜ਼ ਰੀਪ੍ਰਜੈਂਟਡ ਐਜ਼ ਵਾਟ ਇਨ ਦਾ ਸ਼ੈਫਰਡਸ ਕੈਲੰਡਰ, ਇੰਗਲੈਂਡ ਨੂੰ ਸ਼ੈਫਰਡਸ ਕੈਲੰਡਰ ਦੇ ਵਿੱਚ ਕੀ ਦੇ ਤੌਰ 'ਤੇ ਰੀਪ੍ਰਜੈਂਟ ਕੀਤਾ ਗਿਆ? ਸ਼ਿਪ ਦੇ ਤੌਰ 'ਤੇ, ਸ਼ੀਪ ਫਾਰਮ ਦੇ ਤੌਰ 'ਤੇ, ਬੋਟ ਦੇ ਤੌਰ 'ਤੇ, ਜਾਂ ਨੈਸਟ ਦੇ ਤੌਰ 'ਤੇ? ਸ਼ੀਪ ਫਾਰਮ ਕਿਹਦੇ ਵਿੱਚ ਜੀ? ਸ਼ੈਫਰਡਸ ਕੈਲੰਡਰ ਦੇ ਵਿੱਚ। ਇਨ ਸ਼ੈਫਰਡਸ ਕੈਲੰਡਰ ਦਾ ਫਾਰਮ ਇਜ਼ ਰੂਲਡ ਬਾਏ, ਫਾਰਮ ਨੂੰ ਕੌਣ ਰੂਲ ਕਰਦਾ ਸ਼ੈਫਰਡਸ ਕੈਲੰਡਰ 'ਚ? ਕੁਈਨ ਐਲਿਜ਼ਾਬੈਥ ਤਾਂ ਰਾਣੀ ਆ, ਉਹ ਤਾਂ ਹੈ ਹੀ ਨਹੀਂ ਲੈਣਾ ਦੇਣਾ। ਕੁਈਨ ਮੈਰੀ ਇਹ ਵੀ ਰਾਣੀ ਸੀ, ਇਹਨੂੰ ਕੋਈ ਲੈਣਾ ਦੇਣਾ ਨਹੀਂ, ਰੀਅਲ ਲਾਈਫ ਦੇ ਵਿੱਚ ਸੀਗੀ ਇਹ। ਸ਼ੈਫਰਡਸ ਕੁਈਨ ਲੀਜ਼ਾ, ਸ਼ੈਫਰਡਸ ਕੁਈਨ ਐਲੀਜ਼ਾ, ਦੇਖੋ ਇਹ 'ਚੋਂ ਕਿਹਨੇ ਕੀਤਾ ਜੀ? ਲੀਜ਼ਾ ਅਤੇ ਐਲੀਜ਼ਾ 'ਚੋਂ ਦੇਖੋ ਕੌਣ ਹੋ ਸਕਦਾ? ਰਾਈਟ ਆਨਸਰ ਇਜ਼ ਸ਼ੈਫਰਡਸ ਕੁਈਨ ਐਲੀਜ਼ਾ, ਰਾਈਟ ਆਨਸਰ। ਨੈਕਸਟ ਕੁਐਸਚਨ, ਹੂ ਪ੍ਰੇਜ਼ਡ ਦਾ ਪ੍ਰੋਥੈਲਮੀਅਨ ਫੋਰ ਇਟਸ ਸਵੈਨ ਲਾਈਕ ਮੂਵਮੈਂਟ, ਉਹੀ ਕੁਐਸਚਨ ਆ ਜੀ, ਥੋੜ੍ਹਾ ਜਿਹਾ ਕੰਨ ਇੱਧਰੋਂ ਨਹੀਂ ਤਾਂ ਉੱਧਰੋਂ ਫੜ ਲਿਆ। ਤਾਂ ਸਵੈਨ ਲਾਈਕ ਮੂਵਮੈਂਟ ਕਿਹਨੇ ਕਿਹਾ ਜੀ? ਪ੍ਰੋਥਲੈਮੀਅਨ ਨੂੰ, ਹੈ ਨਾ, ST ਕਾਲਰਿਜ ਨੇ। ਨੈਕਸਟ ਕੁਐਸਚਨ, Spencer's experience of his first visit to England when he was introduced to the Queen by Sir Walter Raleigh is recorded in the,
ਜਦੋਂ ਕੁਈਨ ਐਲਿਜ਼ਾਬੈਥ ਨੂੰ ਉਹਨੇ ਪਹਿਲੀ ਮੁਲਾਕਾਤ ਕਰਾਈ ਵਾਲਟਰ ਰੌਲੇ ਨੇ, ਉਹ ਕਿਹੜੀ ਦੇ ਬੁੱਕ ਮਤਲਬ ਕਿਹਦੇ ਵਿੱਚ ਰਿਕਾਰਡਡ ਆ, ਹੈ ਨਾ, ਇਹ ਮਤਲਬ ਕੁਐਸਚਨ ਹੈਗਾ ਇਹਨਾਂ ਦਾ। ਤਾਂ ਰਾਈਟ ਆਨਸਰ ਇਜ਼ ਆਟੋਬਾਇਓਗ੍ਰਾਫੀਕਲ ਪੋਇਮ ਦੇ ਵਿੱਚ ਹੀ ਹੋਣਾ ਚਾਹੀਦਾ, ਤਾਂ ਕੌਲਿਨ ਕਲਾਊਡ ਕਮ ਹੋਮ ਅਗੇਨ ਦੇ ਵਿੱਚ ਰਿਕਾਰਡਡ ਆ ਜੀ, ਜਿਹੜੀ ਇਹਦੀ ਕੁਈਨ ਐਲਿਜ਼ਾਬੈਥ ਨਾਲ ਇੰਟਰੋਡਕਸ਼ਨ ਹੁੰਦੀ ਆ ਵਾਲਟਰ ਰੌਲੇ ਦੇ ਥਰੂ, ਠੀਕ ਹੈ ਜੀ। Who wrote the preface, the arguments and a verbal commentary to Spencer's Shepherd's Calendar under the initials of E.K. P.K. ना समझ लियो जी, E.K. ठीक है जी। preface लिखिया सी the arguments and a verbal commentary to Spencer's Shepherd's Calendar under the initials of E.K. Edward King ना जी, एडवर्ड किर्क स्टूडेंट ऑफ स्पेंसर देख लें, एलिजा किर्क, एडमंड किर्क नहीं जी, राइट आंसर इज एडवर्ड किर्क। कई बार ये ना हो कि एडमंड किर्क, एडवर्ड किर्क पढ़ लो तो एडमंड तो लगाओ नहीं, एडवर्ड EDWARD किर्क जिहड़ा कि स्टूडेंट रहा सीगा स्पेंसर का, ठीक है जी। नैक्सट क्वेश्चन इज स्पेंसर वॉज बिलव्ड मास्टर, स्पेंसर वॉज बिलव्ड मास्टर, सॉरी स्पेंसर्स बिलव्ड मास्टर वॉज, ये वॉज गलत लग गया जी, देखो इन्नी ना कितना चेंज आ जाता है ना। स्पेंसर्स बिलव्ड मास्टर वॉज, स्पेंसर किनू बहुत ज़्यादा प्यार करता सी, बिलव्ड मास्टर सीगा जी जॉन मिल्टन, चौसर, विलियम शेक्सपीयर, फिलिप सिडनी। कौन सीगा जी? चौसर। तो यदी जिहड़ी आपां कह दिंदे आ कि लाइक ग्रेव भी उहदे नाल ही बनाई गई सी, चौसर दे नाल, इहदी तमन्ना सी कि उत्थे ही बनाओ। स्पेंसर इज़ द फर्स्ट ग्रेट इंग्लिश मास्टर ऑफ वॉट टू डिवाइसिस, फर्स्ट ग्रेट इंग्लिश मास्टर सी किहड़ियां दो डिवाइसिस दा? आंसर सीधा ही पिया जी, LG तो इक्को ही डिवाइस आ, सोनेट भी एक डिवाइस ही लिखी है, मैं मैटाफिजिकल कंसीट भी एक डिवाइस आ, दो डिवाइसिस तो आही ने, अलिट्रेशन एंड ओनोमैटोपियो, राइट आंसर। नेक्स्ट क्वेश्चन इज स्पेंसर इज बरिड बिसाइड्स विच पोइट्स कॉर्नर, किहदे नेड़े उन्होंने दफनाया गया? जॉन मिल्टन, जॉन ड्राइडन, चौसर, विलियम शेक्सपीयर। पहले ही लिख चुके हैं जी, आ लो जी, ठीक है जी। तो दोस्तों इत्थे जिहड़ा हैगा अज दा अपना जिहड़ा चैप्टर आ वो खत्म हो जाता। आ देखो एक कैटी ते एक जिहड़ी रैट हैगा, रैट हो सकता, म्यूज़ भी हो सकती है। तो दी एंड कह रहे आपां नूं। इट वॉज अ वंडरफुल लैक्चर, तो उम्मीद आ कि तुहानूं भी बहुत चंगा लग्या होऊगा, तो टॉप क्लास लग्या होऊगा। हो सकता कि थक गए हो भाई ये वांगू पढ़ते पढ़ते। तो दैट्स इट फॉर टुडे। तो जुड़े रहो जी साडे एक उपराले दे नाल, हुनर क्लासिस पटियाला दे नाल। उम्मीद आ कि तुहानूं वधिया लग्या हो लैक्चर। होर लैक्चर लई जां होर जानकारी लई तुसीं कॉल कर सकते हो। फ़ोन नंबर है जी, जस्ट गिव मी अ मिनट। इत्थों देख लैने आपां, सॉरी मैं भुल गया मोबाइल नंबर भी देखो, याददाश्त, हाँ हेयर इट इज़ 904169041661361363। ये मोबाइल नंबर है जी, इत्ते तुसीं कॉन्टैक्ट करके तो किसी भी तरह की क्वायरी है या कोई कोर्स नाल रिलेटेड, कोई फीस स्ट्रक्चर नाल रिलेटेड क्वेश्चन करना चाहते हो या साडे नाल जुड़ना चाहते हो तो जुड़ सकते हो जी। थैंक यू सो मच, टेक केयर ऑल ऑफ यू। वधिया तैयारी करो, दब के बहुत वधिया मौका जी सारिਆਂ ਲਈ, पोस्टां भी काफ़ी ने। ओके, थैंक यू सो मच, सत श्री अकाल जी।